ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਰ ਬਿਨਤੀ ਤਜ ਗਿਨਤੀ ਆਨ, ਰਾਖਿਓ ਆਪਣੇ ਨਿਕਟ ਸੁਜਾਨ। ਅਨੇਕ ਭਾਂਤ ਕੀ ਸੇਵਾ ਕਰੀ, ਸੁਨਤ ਬਚਨ ਦੁਬਿਧਾ ਸਭ ਹਰੀ। ਕਰ ਬਿਨਤੀ ਤਜ ਗਿਨਤੀ ਜਾਨ, ਰਾਖਿਓ ਆਪਣੇ ਨਿਕਟ ਸੁਜਾਨ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਗੁਰੂ, ਜਹਰਾ ਜਹੂਰ ਗੁਰੂ, ਸਰਬ ਕਲਾ ਭਰਪੂਰ ਅੰਤਰਯਾਮੀ, ਧੰਨ ਧੰਨ ਸਤਿਗੁਰੂ ਜੀ, ਗਰੀਬ ਨਵਾਜ ਜੀ, ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਮਾਲਕ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੱਜ ਕੇ ਹਜੂਰ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰੇ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਜਗਮੀਤ ਸਿੰਘ ਜੀ ਦੇ ਰਾਗੀ ਜਥੇ ਨੇ ਆਪ ਜੀ ਨੂੰ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਾਇਆ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਟੇਕ ਬਣਾਈ ਹੈ ਸ਼ਬਦ ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹ। ਇਸ ਸ਼ਬਦ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਹੋ। ਹਜੂਰ ਸੱਚੇ ਪਾਤਸ਼ਾਹ ਸਾਨੂੰ ਅੰਤਰਮੁਖੀ ਹੋਣ ਦੀ ਪ੍ਰੇਰਣਾ ਦਿੰਦੇ ਆ। ਭਾਈ ਪਿਆਰਿਆ, ਅੰਤਰਮੁਖੀ ਹੋ, ਅਭਿਆਸ ਕਰ, ਭਜਨ ਕਰ, ਆਪਣੇ ਅੰਦਰ ਦੇ ਨਾਲ ਜੁੜ। ਇਹ ਸਿੱਖਿਆ ਮਹਾਰਾਜ ਜੀ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ। ਆਓ ਹੁਣ ਕੁਝ ਸਮਾਂ ਸਤਿਗੁਰੂ ਜੀ ਦੇ ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਨੇ ਸਰਵਣ ਕਰਨੀ ਹੈ। ਪਿਆਰ ਨਾਲ ਦੋਵੇਂ ਹੱਥ ਜੋੜ ਗੱਜ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਹਜੂਰ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਦੂਰ ਦੇਸ਼ ਤੋਂ ਦੋ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਉਹਨਾਂ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਆਪਣੇ ਇਲਾਕੇ ਦੀ ਸੰਗਤ ਦੀ ਅਰਦਾਸ ਇੱਕ ਪੱਤਰ ਦੇ ਵਿੱਚ ਲਿਖ ਕੇ ਲੈ ਕੇ ਆਏ ਹਾਂ। ਸਤਿਗੁਰੂ ਜੀ ਨੂੰ ਉਹ ਅਰਦਾਸ ਬੇਨਤੀ ਪੱਤਰ ਦੇ ਰੂਪ ਵਿੱਚ ਅੱਗੇ ਰੱਖੀ। ਗੁਰੂ ਸਾਹਿਬ ਜੀ ਨੇ ਉਹ ਪੱਤਰ ਨੂੰ ਪੜ੍ਹਵਾਇਆ, ਜਿਸ ਵਿੱਚ ਸੰਗਤਾਂ ਨੇ ਬੜੀ ਬੇਬਲਤਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ ਤੇ ਦਰਸ਼ਨ ਬਖਸ਼ਿਸ਼ ਕਰੋ, ਅਸੀਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਸਤਿਗੁਰੂ ਜੀ ਦੇ ਹਜੂਰ ਜਦੋਂ ਇਹ ਅਰਦਾਸ ਲਿਖੀ ਹੈ, ਹਜੂਰ ਮਹਾਰਾਜ ਨੇ ਫੁਰਨਾ ਬਣਾਇਆ ਵੀ ਹੁਣ ਕੀਰਤਪੁਰ ਸਾਹਿਬ ਵਿੱਚ ਹੀ ਰਹਿਣਾ। ਕੀਰਤਪੁਰ ਸਾਹਿਬ ਵਿੱਚ ਰਹਿ ਕੇ ਇੱਥੇ ਹੀ ਆਪਣਾ ਕੁਝ ਸਮਾਂ ਜਿਹੜਾ ਹੈ ਉਹ ਸਫਲਾ ਕਰਨਾ ਹੈ। ਇੱਧਰ ਗੁਰੂ ਜੀ ਦਾ ਇਹ ਫੁਰਨਾ, ਉੱਧਰ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ। ਹਜੂਰ ਮਹਾਰਾਜ ਨੇ ਫਿਰ ਦੇਖਿਆ ਸੰਗਤ ਵਿੱਚ ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਬੈਠੇ ਹਨ। ਮਹਾਰਾਜ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆਪਣੇ ਪਾਸ ਸੱਦਿਆ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਬਾਬਾ ਬਿਧੀ ਚੰਦ ਜੀ ਨੂੰ, ਬਿਧੀ ਚੰਦ ਜੀ ਤੋਰ ਮੋਰ ਮਹਿ ਭੇਦ ਕਿਛ ਨਾਹੀ, ਤੁਹਾਡੇ ਵਿੱਚ ਤੇ ਸਾਡੇ ਵਿੱਚ ਥੋੜਾ ਜਿੰਨਾ ਵੀ ਫਰਕ ਨਹੀਂ ਹੈ, ਤੁਸੀਂ ਜਾਵੋ। ਬਾਬਾ ਬਿਧੀ ਚੰਦ ਜੀ ਸਤ ਬਚਨ ਕਰਕੇ ਤੁਰੇ ਆ। ਹਜੂਰ ਮਹਾਰਾਜ ਬਖਸ਼ਿਸ਼ਾਂ ਦੇ ਕੇ ਤੋਰਿਆ। ਚਲਦੇ ਚਲਦੇ ਜਦੋਂ ਬਾਬਾ ਜੀ ਯੂਪੀ ਦੇ ਵਿੱਚ ਆਏ ਆ, ਸਾਧ ਸੰਗਤ ਜੀ ਉੱਥੇ ਦੇਵਪੁਰ ਨਾਮ ਦਾ ਇਲਾਕਾ ਹੈ। ਆਰਾਮ ਕਰਨ ਵਾਸਤੇ ਬਾਬਾ ਬਿਧੀ ਚੰਦ ਸਾਹਿਬ ਜੀ ਇੱਕ ਰੁੱਖ ਦੇ ਹੇਠਾਂ ਬੈਠੇ ਆ। ਜਦੋਂ ਰੁੱਖ ਦੇ ਹੇਠਾਂ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਧਿਆਨ ਜੋੜਿਆ ਤੇ ਕੱਲ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ। ਸਾਧ ਸੰਗਤ ਜੀ ਰੁੱਖ ਉਸੇ ਵੇਲੇ ਹਰਿਆ ਭਰਿਆ ਹੋ ਗਿਆ। ਰੁੱਖ ਪਹਿਲਾਂ ਉਹ ਸੁੱਕਾ ਸੀਗਾ। ਇਹ ਬੰਦਗੀ ਦਾ ਪ੍ਰਤਾਪ ਹੁੰਦਾ ਹੈ। ਜਦੋਂ ਕੋਈ ਭਜਨ ਕਰਨ ਵਾਲੀ ਰੂਹ ਸਾਧ ਸੰਗਤ ਜੀ ਕਿਤੇ ਬੈਠੇ, ਆਸਾ ਪਾਸਿਆ ਹਰਿਆ ਭਰਿਆ ਹੋ ਜਾਂਦਾ ਹੈ। ਜਿਹਦਾ ਅੰਦਰ ਹਰਿਆ ਭਰਿਆ ਹੋਵੇ ਨਾ, ਆਸਾ ਪਾਸਾ ਵੀ ਉਹੋ ਹੀ ਹਰਿਆ ਕਰ ਸਕਦਾ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਹਰਿਆ ਭਾਈ। ਵਾਹਿਗੁਰੂ ਦਾ ਨਾਮ ਜਪ ਕੇ ਅੰਦਰ ਹਰਾ ਭਰਾ ਹੁੰਦਾ। ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਬਾਬਤ ਮਹਾਰਾਜ ਜੀ ਬਾਣੀ ਵਿੱਚ ਵੀ ਲਿਖਦੇ ਹਨ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਸੁੱਕੀਆਂ ਲੱਕੜਾਂ ਹਰੀਆਂ ਭਰੀਆਂ ਹੋ ਜਾਂਦੀਆਂ ਹਨ ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ। ਆਸੇ ਪਾਸੇ ਲੋਕਾਂ ਦੀ ਬਹੁਤ ਸ਼ਰਧਾ ਵੱਜੀ ਬਾਬਾ ਬਿਧੀ ਚੰਦ ਜੀ ਦੇ ਉੱਤੇ। ਇਹ ਕੋਈ ਪੂਰਨ ਪੁਰਖ ਹਨ। ਉਸੇ ਯੂਪੀ ਦੇ ਵਿੱਚ ਜੰਗਲ ਦੇ ਵਿੱਚ ਸੁੰਦਰ ਸ਼ਾਹ ਫਕੀਰ ਰਹਿੰਦਾ ਹੈ। ਉਹਨੂੰ ਆਪਣਾ ਖਤਰਾ ਹੋਇਆ ਕਿ ਮੇਰੇ ਚਰਚੇ ਹੋਣੇ ਬੰਦ ਹੋ ਜਾਣਗੇ, ਮੇਰੀਆਂ ਸਿਫਤਾਂ ਹੋਣੀਆਂ ਬੰਦ ਹੋ ਜਾਣਗੀਆਂ, ਲੋਕ ਉਸ ਮਹਾਂਪੁਰਖ ਨੂੰ ਮੰਨਣ ਲੱਗ ਪੈਣਗੇ। ਬਾਬਾ ਬਿਧੀ ਚੰਦ ਜੀ ਨੂੰ ਡਰਾਉਣ ਵਾਸਤੇ ਸੁੰਦਰ ਸ਼ਾਹ ਫਕੀਰ ਸ਼ੇਰ ਦੇ ਉੱਤੇ ਚੜ੍ਹ ਕੇ ਆਇਆ। ਜਦੋਂ ਉਹ ਸ਼ੇਰ ਉੱਤੇ ਚੜ੍ਹ ਕੇ ਆਇਆ, ਲੋਕ ਸਾਰੇ ਭੱਜ ਕੇ ਘਰਾਂ ਨੂੰ ਚਲੇ ਗਏ। ਇੱਕ ਬਾਬਾ ਬਿਧੀ ਚੰਦ ਸਾਹਿਬ ਉੱਥੇ ਬੈਠੇ ਰਹੇ। ਜਦੋਂ ਬਾਬਾ ਬਿਧੀ ਚੰਦ ਜੀ ਨੇ ਨਿਗਾਹ ਭਰ ਕੇ ਸ਼ੇਰ ਵੱਲ ਦੇਖਿਆ, ਸ਼ੇਰ ਉਸੇ ਸਮੇਂ ਪੱਥਰ ਦਾ ਬਣ ਗਿਆ। ਸਾਧ ਸੰਗਤ ਜੀ ਚੇਤਾ ਰੱਖਿਓ, ਦਾਸ ਨੇ ਅੱਗੇ ਵੀ ਬੜੀ ਵਾਰੀ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਹੈ। ਬੰਦਗੀ ਵਾਲਾ ਪੁਰਸ਼, ਉਹਦੇ ਸਰੀਰ ਵਿੱਚ ਇੱਕ ਊਰਜਾ ਪੈਦਾ ਹੁੰਦੀ ਹੈ ਜਿਹੜੀ ਸਾਰਿਆਂ ਦੇ ਸਰੀਰ ਵਿੱਚ ਨਹੀਂ ਹੁੰਦੀ। ਮਹਾਂਪੁਰਖ ਨੂੰ ਇੰਜ ਵੀ ਕਹਿੰਦੇ ਆ
ਕਿ ਜੇ ਸਰੀਰ ਦਾ ਤੱਤ ਸਾਂਭਿਆ ਉੱਪਰ ਜਾਵੇ ਤਾਂ ਉਹ ਨਾਮ ਦੀ ਊਰਜਾ ਬਣਦੀ ਹੈ, ਤੇ ਜੇ ਸੁਰਤ ਹੇਠਾਂ ਨੂੰ ਜਾਵੇ ਤਾਂ ਉਹ ਕਾਮ ਦੀ ਊਰਜਾ ਬਣ ਜਾਂਦੀ ਹੈ। ਜਿਨ੍ਹਾਂ ਨੇ ਆਪ ਦੇ ਸਰੀਰ ਦੇ ਤੱਤ ਨੂੰ ਸਾਂਭ ਲਿਆ, ਉਹਨਾਂ ਦੇ ਸਰੀਰ ਵਿੱਚ ਇੱਕ ਊਰਜਾ ਪੈਦਾ ਹੁੰਦੀ ਹੈ, ਜਿਹੜੀ ਨਾਮ ਦੀ ਊਰਜਾ ਹੁੰਦੀ ਹੈ। ਸਾਧ ਸੰਗਤ ਜੀ, ਉਹ ਊਰਜਾ ਵਾਲਾ ਪੁਰਸ਼, ਉਹ ਊਰਜਾਵਾਨ ਪੁਰਸ਼ ਜਦੋਂ ਅੱਖ ਭਰ ਕੇ, ਨਿਗਾਹ ਭਰ ਕੇ ਕਿਸੇ ਵੱਲ ਵੇਖ ਲਵੇ ਨਾ, ਉਹਦਾ ਉਹ ਜਨਮ ਬਦਲ ਸਕਦਾ ਹੈ। ਸਾਖੀਆਂ ਬਹੁਤ ਹਨ, ਪਰ ਹੁਣ ਆਪਾਂ ਲੜੀਵਾਰ ਕਥਾ ਸੁਣਨੀ ਹੈ। ਮੈਂ ਕੇਵਲ ਇੱਕ ਟੂਕ ਮਾਤਰ ਬੇਨਤੀ ਕਰ ਦੇਣਾ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਗੁਰਮੁਖ ਪਿਆਰੇ ਹੋਏ ਆ। ਉਹਨਾਂ ਮਹਾਂਪੁਰਖਾਂ ਦੇ ਜੀਵਨ ਦਾ ਇੱਕ ਬਿਰਤਾਂਤ ਹੈ। ਇੱਕ ਮਨੁੱਖ ਬਹੁਤ ਮਹਾਂਪੁਰਖਾਂ ਦੀ ਨਿੰਦਿਆ ਕਰਦਾ, ਉਹਨੇ ਇਸ਼ਤਿਹਾਰ ਲਾਏ ਬਣਾ ਕੇ ਰੱਖੇ ਹੁੰਦੇ ਸੀਗੇ ਕਿ ਨਹਿਰ ਦੇ ਕੰਢੇ ਰਾੜੇ ਦੀ ਧਰਤੀ ਦੇ ਉੱਤੇ ਈਸ਼ਰ ਸਿੰਘ ਨਾਮ ਦਾ ਪਖੰਡੀ ਬੈਠਾ ਹੈ, ਦੁੱਧ ਪੁੱਤ ਵੰਡਦਾ ਹੈ। ਇਹ ਪਖੰਡੀ ਇਸ ਤਰ੍ਹਾਂ ਬੜਾ ਕੁਝ ਲਿਖਿਆ। ਮਹਾਂਪੁਰਖ ਆ ਰਹੇ ਸੀਗੇ ਕਿਸੇ ਦੇ ਭੋਗ ਤੋਂ, ਉਹ ਬੰਦਾ ਨਾ ਸਿਖਰ ਦੁਪਹਿਰੇ ਸਾਧ ਸੰਗਤ ਜੀ ਇਸ਼ਤਿਹਾਰ ਲਾ ਰਿਹਾ ਸੀਗਾ। ਵੇਖੋ, ਇਹਦੇ ਵਿੱਚ ਲੇਵੀ ਰੱਖ ਤੇ ਇਸ਼ਤਿਹਾਰ ਰੱਖ, ਤੇ ਫਿਰ ਅਸੀਂ ਤੇਰੇ ਨਾਲ ਲਵਾਉਨੇ ਆ ਇਸ਼ਤਿਹਾਰ। ਸਾਧ ਸੰਗਤ ਜੀ, ਉਹ ਕੰਬਣ ਲੱਗ ਪਿਆ। ਸਾਈਕਲ ਉੱਥੇ ਹੀ ਰਹਿ ਗਿਆ, ਗੱਡੀ 'ਚ ਬੈਠ ਗਿਆ। ਮਹਾਂਪੁਰਖਾਂ ਨੇ ਅਗਲੇ ਚੌਂਕ 'ਚ ਗੱਡੀ ਖਿਲਾਰੀ ਤੇ ਆਪ ਵੀ ਉਤਰੇ ਵੀ ਆ ਪਿਆਰਿਆ, ਅਸੀਂ ਤੇਰੇ ਨਾਲ ਲੱਗ ਕੇ ਇਸ਼ਤਿਹਾਰ ਲਾਉਨੇ ਆ। ਉਹ ਫਿਰ ਚਰਨਾਂ ਤੇ ਢਹਿ ਪਿਆ। ਮਹਾਂਪੁਰਖਾਂ ਨੇ ਉਹਦੀ ਹੱਥ ਦੀ ਕਲਾਈ ਫੜ ਕੇ ਨਾ ਨਿਗਾਹ ਭਰ ਕੇ ਉਹਦੇ ਵੱਲ ਦੇਖਿਆ, ਬੜੇ ਗੌਰ ਨਾਲ ਦੇਖਿਆ। ਜਦੋਂ ਨਿਗਾਹ ਭਰ ਕੇ ਉਹਦੇ ਵੱਲ ਦੇਖਿਆ, ਉਸੇ ਵੇਲੇ ਸਾਧ ਸੰਗਤ ਜੀ ਉਹਦਾ ਅੰਦਰ ਤੁੱਪ ਗਿਆ। ਕਹਿੰਦਾ ਹੁਣ ਰਹਿੰਦੀ ਉਮਰ ਜਿੰਨੀ ਵੀ ਹੈ ਨਾ, ਮੈਂ ਤੁਹਾਡੇ ਚਰਨਾਂ ਦੇ ਵਿੱਚ ਗੁਜ਼ਾਰਾਂਗਾ, ਮੈਂ ਹੁਣ ਕਿਤੇ ਹੋਰ ਨਹੀਂ ਜਾਣਾ। ਜਦੋਂ ਕਮਾਈ ਵਾਲੇ ਪੁਰਸ਼ ਨਿਗਾਹ ਭਰ ਕੇ ਵੇਖ ਲੈਣ, ਫਿਰ ਜ਼ਿੰਦਗੀਆਂ ਬਦਲ ਕੇ ਰੱਖ ਦਿੰਦੇ ਆ। ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ, ਇਹਦਾ ਜ਼ਿਕਰ ਸਤਿਗੁਰੂ ਗੁਰੂ ਬਾਣੀ ਵਿੱਚ ਵੀ ਕਿਰਪਾ ਕਰਦੇ ਹਨ। ਬਾਬਾ ਬਿਧੀ ਚੰਦ ਜੀ ਨੇ ਜਦੋਂ ਸ਼ੇਰ ਵੱਲ ਨਿਗਾਹ ਭਰ ਕੇ ਦੇਖਿਆ, ਸ਼ੇਰ ਪੱਥਰ ਦਾ ਬਣ ਗਿਆ। ਸੁੰਦਰ ਸ਼ਾਹ ਬੜਾ ਹੀ ਯਤਨ ਕਰਦਾ ਹੈ, ਸ਼ੇਰ ਮੁੜ ਰਾਜੀ ਨਹੀਂ ਹੁੰਦਾ। ਤੇ ਸਾਧ ਸੰਗਤ ਜੀ, ਫਿਰ ਉਹ ਬਾਬਾ ਬਿਧੀ ਚੰਦ ਜੀ ਨੂੰ ਬੇਨਤੀ ਕਰਦਾ ਹੈ। ਉਹ ਕਹਿੰਦੇ ਵਾਹਿਗੁਰੂ ਕਹਿ ਕੇ ਪਾਣੀ ਦਾ ਛਿੱਟਾ ਦੇ। ਉਹਨੇ ਵਾਹਿਗੁਰੂ ਕਹਿ ਕੇ ਪਾਣੀ ਦਾ ਛਿੱਟਾ ਦਿੱਤਾ। ਸ਼ੇਰ ਪੱਥਰ ਤੋਂ ਤਾਂ ਉਹ ਫਿਰ ਠੀਕ ਹੋ ਗਿਆ, ਪਰ ਉਹ ਸਰੀਰ ਛੱਡ ਗਿਆ। ਸ਼ੇਰ ਦੀ ਰੂਹ ਨਿਕਲੀ। ਉਹਨੇ ਸੁੰਦਰ ਸ਼ਾਹ ਨੂੰ ਦੱਸਿਆ, ਸੁੰਦਰ ਸ਼ਾਹ, ਮੈਂ ਗੰਧਰਬਾਂ ਦਾ ਰਾਜਾ ਸਾਂ, ਕਿੰਨਰਾਂ ਦਾ ਰਾਜਾ ਸਾਂ। ਦੁਰਬਾਸ਼ਾ ਰਿਸ਼ੀ ਮੇਰੇ ਅੱਗੋਂ ਲੰਘਿਆ, ਮੈਂ ਆਖਿਆ ਮੇਰਾ ਸਤਿਕਾਰ ਹੀ ਨਹੀਂ ਕੀਤਾ। ਅੱਖਾਂ ਕੱਢ ਕੇ ਮੈਂ ਗੁੱਸੇ ਨਾਲ ਜਦੋਂ ਉਹਨਾਂ ਵੱਲ ਦੇਖਿਆ, ਉਹ ਕਹਿੰਦੇ ਬਾਹਲਾ ਹੀ ਸ਼ੇਰ ਦੀ ਤਰ੍ਹਾਂ ਵੇਖਣੇ ਆ, ਚੱਲ ਸ਼ੇਰ ਬਣ ਜਾ ਕੇ। ਉਹਨਾਂ ਦਾ ਤੇਜ ਤਪ ਸੀ। ਕਹਿੰਦਾ ਮੈਨੂੰ ਸ਼ੇਰ ਬਣਨਾ ਤਾਂ ਪੈਣਾ ਹੀ ਸੀ। ਮੈਂ ਕਿਹਾ ਵੀ ਮੇਰਾ ਉਧਾਰ ਕਿਵੇਂ ਹੋਏਗਾ। ਦੁਰਬਾਸ਼ਾ ਰਿਸ਼ੀ ਨੇ ਕਿਹਾ ਸਮਾਂ ਆਏਗਾ ਕਲਯੁਗ ਦਾ, ਕਲਯੁਗ ਦੇ ਵਿੱਚ ਆਪ ਪਰਮਾਤਮਾ ਤਨ ਧਾਰਨਗੇ, ਉਹਨਾਂ ਦਾ ਨਾਮ ਹੋਏਗਾ ਗੁਰੂ ਨਾਨਕ ਦੇਵ ਸਾਹਿਬ ਜੀ। ਜਦੋਂ ਉਹ 6ਵੇਂ ਜਾਮੇ ਵਿੱਚ ਆਉਣਗੇ ਨਾ, ਤੇ ਫਿਰ ਉਹਨਾਂ ਦਾ ਇੱਕ ਗਿਆਨੀ ਸਿੱਖ ਹੋਏਗਾ। ਉਹ ਗਿਆਨੀ ਸਿੱਖ ਜਦੋਂ ਤੇਰੇ ਵੱਲ ਦ੍ਰਿਸ਼ਟੀ ਭਰ ਕੇ ਦੇਖੇਗਾ, ਤੇਰਾ ਉਧਾਰ ਹੋ ਜਾਏਗਾ। ਸੋ ਮੇਰਾ ਉਧਾਰ ਹੋ ਗਿਆ। ਸੁੰਦਰ ਸ਼ਾਹ ਨੇ ਜਦੋਂ ਇਹ ਗੱਲ ਸੁਣੀ, ਉਹਦੇ ਮਨ ਵਿੱਚ ਸ਼ਰਧਾ ਪੈਦਾ ਹੋਈ ਹੈ। ਇੱਥੋਂ ਹੁਣ ਕਥਾ ਤੁਰ ਰਹੀ ਹੈ। ਬੜੇ ਪਿਆਰ ਨਾਲ ਅੱਗੋਂ ਕਥਾ ਵਿੱਚ ਸੁਰਤੀਆਂ ਜੋੜੋ।
ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਮਹਾਰਾਜ। ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਰ ਬਿਨਤੀ ਤਜ ਗਿਨਤੀ ਆਨ, ਰਾਖਿਓ ਆਪਣੇ ਨਿਕਟ ਸੁਜਾਨ। ਸੁੰਦਰ ਸ਼ਾਹ ਫਿਰ ਹੈਰਾਨ ਹੋਇਆ, ਇੰਨਾ ਵੱਡਾ ਸਿੱਖ ਜਿਨੇ ਅੱਖ ਭਰ ਕੇ ਸ਼ੇਰ ਨੂੰ ਵੇਖਿਆ ਤਾਂ ਉਹਨੂੰ ਮੁਕਤ ਕਰ ਦਿੱਤਾ। ਸਾਧ ਸੰਗਤ ਜੀ, ਸੁੰਦਰ ਸ਼ਾਹ ਫਕੀਰ ਬਾਬਾ ਬਿਧੀ ਚੰਦ ਜੀ ਦੇ ਚਰਨਾਂ ਵਿੱਚ ਟਹਿ ਪਿਆ ਜੀ। ਟਹਿ ਪਿਆ, ਸਾਰੀਆਂ ਮਨ ਦੀਆਂ ਸੋਚਾਂ ਛੱਡ ਦਿੱਤੀਆਂ। ਗੱਲ ਬਣਦੀ ਉਦੋਂ ਹੈ ਜਦੋਂ ਮਨ ਦੀਆਂ ਸਾਰੀਆਂ ਸੋਚਾਂ ਛੱਡ ਦਈਏ ਜੀ। ਗੱਲ ਬਣਦੀ ਉਦੋਂ ਹੈ ਜਿੰਨਾ ਚਿਰ ਤੱਕ ਸੋਚਾਂ ਹੀ ਆਉਂਦੀਆਂ ਰਹਿੰਦੀਆਂ ਸਾਧ ਸੰਗਤ ਜੀ, ਉਹਨਾਂ ਚਿਰ ਤੱਕ ਗੱਲ ਨਹੀਂ ਜੇ ਬਣਦੀ। ਪਾਠ ਕਰਦਿਆਂ ਕਿੰਨੀਆਂ ਸੋਚਾਂ ਆਉਂਦੀਆਂ ਰਹਿੰਦੀਆਂ। ਸਾਰੀਆਂ ਮਨ ਦੀਆਂ ਸੋਚਾਂ ਛੱਡ ਦਿੱਤੀਆਂ ਸੁੰਦਰ ਸ਼ਾਹ ਨੇ ਤੇ ਬਾਬਾ ਬਿਧੀ ਚੰਦ ਜੀ ਦੇ ਚਰਨਾਂ ਵਿੱਚ ਢਹਿ ਪਿਆ ਤੇ ਬਾਬਾ ਬਿਧੀ ਚੰਦ ਜੀ ਨੂੰ ਬੇਨਤੀ ਕੀਤੀ, ਜੀ ਕੁਝ ਦਿਨ ਮੇਰੇ ਕੋਲ ਰਵੋ, ਤੁਸੀਂ ਮੇਰੇ ਕੋਲ ਰਵੋ। ਅਨਕ ਭਾਂਤ ਕੀ ਸੇਵਾ ਕਰੀ। ਬਾਬਾ ਜੀ ਫਿਰ ਉਹਦੇ ਕੋਲ ਰਹੇ, ਯੂਪੀ ਵਿੱਚ ਰਹੇ, ਦੇਵਪੁਰ ਦੇ ਵਿੱਚ, ਤੇ ਸੁੰਦਰ ਸ਼ਾਹ ਫਕੀਰ ਬਾਬਾ ਜੀ ਦੇ ਨਾਲ ਨਾਲ ਰਿਹਾ ਜੀ। ਸੁੰਦਰ ਸ਼ਾਹ ਫਕੀਰ ਬੜੇ ਤਰੀਕਿਆਂ ਨਾਲ ਬਾਬਾ ਬਿਧੀ ਚੰਦ ਜੀ ਦੀ ਸੇਵਾ ਕਰਨ ਲੱਗ ਪਿਆ। ਵੇਖੋ ਕਿੰਨਾ ਫਰਕ ਹੈ। ਪਹਿਲਾਂ ਉਹ ਬਾਬਾ ਜੀ ਦੇ ਨਾਲ ਜੰਗ ਕਰਨ ਵਾਸਤੇ ਆਇਆ ਸੀ, ਪਰ ਜਦੋਂ ਦਰਸ਼ਨ ਹੋ ਗਏ ਫਿਰ ਉਹ ਸੇਵਾ ਕਰਨ ਲੱਗ ਪਿਆ। ਸੁਨਤ ਬਚਨ ਦੁਬਿਧਾ ਸਭ ਹਰੀ। ਬਾਬਾ ਜੀ ਦੇ ਅੰਮ੍ਰਿਤ ਬਚਨ ਸੁਣੇ ਤੇ ਧੰਨ ਬਾਬਾ ਬਿਧੀ ਚੰਦ ਜੀ ਦੇ ਬਚਨ ਸੁਣ ਕੇ ਸੁੰਦਰ ਸ਼ਾਹ ਦੀ ਸਭ ਦੁਬਿਧਾ ਦੂਰ ਹੋ ਗਈ ਜੀ। ਸੁਨਤ ਬਚਨ ਦੁਬਿਧਾ ਸਭ ਹਰੀ। ਮਨ ਦੇ ਜਿਹੜੇ ਫੁਰਨੇ ਸਨ ਨਾ, ਜਿਹੜਾ ਉਹਦਾ ਸੁਰਤੀ ਨਹੀਂ ਸੀ ਟਿਕਦੀ, ਭਜਨ ਵਿੱਚ ਮਨ ਨਹੀਂ ਸੀ ਜੁੜਦਾ, ਪੂਜਾ ਕਰਾਉਣ ਦੀ ਬੜੀ ਇੱਛਾ ਸੀਗੀ ਉਹਦੇ ਮਨ ਵਿੱਚ, ਸੁੰਦਰ ਸ਼ਾਹ ਦੀ ਇਹ ਸਾਰੀ ਬਿਰਤੀ ਦੂਰ ਹੋ ਗਈ। 3 ਦਿਵਸ ਬਸ ਵਿਧਿਆ ਚਾਲਾ। 3 ਦਿਨ ਬਾਬਾ ਬਿਧੀ ਚੰਦ ਜੀ ਫਿਰ ਦੇਵਪੁਰ ਇਲਾਕੇ ਵਿੱਚ ਰਹੇ ਤੇ 3 ਦਿਨ ਰਹਿ ਕੇ ਫਿਰ ਬਾਬਾ ਜੀ ਉੱਥੋਂ ਚੱਲੇ। ਹਿਤ ਰਾਖਨ ਕਹਿ ਬਿਨੈ ਬਿਸਾਲਾ। ਤੇ ਸੁੰਦਰ ਸ਼ਾਹ ਫਕੀਰ ਬੜੀ ਅਧੀਨਗੀ ਨਾਲ ਬਾਬਾ ਜੀ ਨੂੰ ਬੇਨਤੀਆਂ ਕਰਦਾ, ਬਾਬਾ ਜੀ ਕਿਰਪਾ ਕਰੋ, ਕੁਝ ਸਮਾਂ ਹੋਰ ਰਹੋ ਮੇਰੇ ਕੋਲ। ਹਾਂਜੀ। ਤੁਮ ਮੋਰੇ ਗੁਰਦੀਨਸ ਗਿਆਨਾ। ਤੇ ਸੁੰਦਰ ਸ਼ਾਹ ਫਕੀਰ ਪਤਾ ਕੀ ਕਹਿਣ ਲੱਗਾ, ਕਹਿੰਦਾ ਬਾਬਾ ਜੀ ਅੱਜ ਤੋਂ ਤੁਸੀਂ ਮੇਰੇ ਗੁਰੂ ਹੋ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਮੈਨੂੰ ਗਿਆਨ ਦਿੱਤਾ, ਮੈਂ ਤਾਂ ਆਪ ਦੀ ਪੂਜਾ ਕਰਾਉਣ ਦੇ ਚੱਕਰ 'ਚ ਹੀ ਪਿਆ ਸਾਂ ਵੀ ਲੋਕ ਮੈਨੂੰ ਮੱਥਾ ਟੇਕਣ, ਮੈਂ ਵੱਡਾ ਬਣਾ, ਮੇਰੀ ਪੂਜਾ ਹੋਵੇ। ਭਜਨ ਬੰਦਗੀ ਵਿੱਚ ਤਾਂ ਮੇਰਾ ਧਿਆਨ ਹੀ ਨਹੀਂ ਸੀ ਹੈਗਾ। ਤੇ ਬਾਬਾ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਤੁਸੀਂ ਮੇਰੇ ਗੁਰੂ ਹੋ, ਤੁਸੀਂ ਮੈਨੂੰ ਗਿਆਨ ਬਖਸ਼ਿਸ਼ ਕੀਤਾ ਹੈ। ਫਲ ਪ੍ਰਾਪਤ ਤਪ ਕੀਏ ਜੋ ਮਹਾਨਾ। ਕਹਿੰਦੇ ਜਿਹੜਾ ਮੈਂ ਪਹਿਲਾਂ ਤਪ ਕੀਤਾ ਸੀ ਨਾ, ਉਸ ਤਪ ਦਾ ਮੈਨੂੰ ਫਲ ਇਹ ਮਿਲਿਆ ਵੀ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਆ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸਾਧ ਸੰਗਤ ਜੀ, ਬੰਦਾ ਬਾਣੀ ਪੜ੍ਹਦਾ ਰਵੇ, ਜਿੰਨਾ ਹੋ ਸਕਦਾ ਹੈ ਭਜਨ ਕਰਦਾ ਰਵੇ। ਜਦੋਂ ਚੰਗੇ ਪੁੰਨ ਬਣ ਜਾਂਦੇ ਆ ਨਾ ਤੇ ਗੁਰੂ ਸਾਹਿਬ ਜਾਂ ਤੇ ਸਿੱਧੀ ਕਿਰਪਾ ਕਰ ਦਿੰਦੇ ਆ ਤੇ ਜਾਂ ਆਪਣਾ ਕੋਈ ਪਿਆਰਾ ਭੇਜ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ। ਸੁੰਦਰ ਸ਼ਾਹ ਕਹਿਣ ਲੱਗਾ, ਮਹਾਰਾਜ ਬਾਬਾ ਬਿਧੀ ਚੰਦ ਜੀ, ਮੈਂ ਜਿੰਨਾ ਤਪ ਕੀਤਾ ਸੀ ਮੈਨੂੰ ਫਲ ਮਿਲ ਗਿਆ, ਮੈਨੂੰ ਤੁਹਾਡੇ ਦਰਸ਼ਨ ਹੋ ਗਏ ਹਨ। ਰਹਿਓ ਨਾ ਜਾਏ ਤੁਮਹਾਰੇ ਬਿਨਾ। ਆਖੋ ਸ੍ਰੀ ਵਾਹਿਗੁਰੂ। ਤੇ ਨਾਲ ਹੀ ਸੁੰਦਰ ਸ਼ਾਹ ਬਾਬਾ ਬਿਧੀ ਚੰਦ ਜੀ ਨੂੰ ਕਹਿੰਦਾ, ਜੀ ਹੁਣ ਮੈਂ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦਾ, ਹੁਣ ਮੈਂ ਆਪ ਜੀ ਤੋਂ ਬਗੈਰ ਨਹੀਂ ਰਹਿ ਸਕਦਾ।
ਹਾਂਜੀ। ਤਨ ਤਜਬੋ ਤੁਮ ਢਿਗ ਚਹਿ ਘਨਾ। ਜੇ ਤੁਸੀਂ ਜਾਣਾ ਹੈ ਨਾ, ਤੇ ਮੇਰੀ ਇੱਛਾ ਹੈ ਵੀ ਤੁਹਾਡੇ ਸਰੀਰ, ਤੁਹਾਡੇ ਸਾਹਮਣੇ ਮੈਂ ਆਪਣਾ ਸਰੀਰ ਤਿਆਗ ਦਿਆਂ। ਸੁੰਦਰ ਸ਼ਾਹ ਦੀ ਕਿੰਨੀ ਅਵਸਥਾ 3 ਦਿਨਾਂ ਵਿੱਚ ਬਣਾ ਦਿੱਤੀ ਬਾਬਾ ਬਿਧੀ ਚੰਦ ਜੀ ਨੇ। 3 ਦਿਨਾਂ ਵਿੱਚ ਕਿੰਨੀ ਵੱਡੀ ਅਵਸਥਾ ਬਣਾ ਦਿੱਤੀ ਜੀ। ਸੁੰਦਰ ਸ਼ਾਹ ਕਹਿਣ ਲੱਗਾ, ਬਾਬਾ ਜੀ ਮੈਂ ਆਪ ਜੀ ਦੇ ਸਾਹਮਣੇ ਹੀ ਸਰੀਰ ਤਿਆਗਣਾ ਚਾਹੁੰਦਾ। ਹਾਂਜੀ। ਬਿਧੀ ਚੰਦ ਸੁਨ ਧੀਰਜ ਦੀਨ। ਤੇ ਧੰਨ ਬਾਬਾ ਬਿਧੀ ਚੰਦ ਜੀ ਨੇ ਸੁਣ ਕੇ ਫਿਰ ਧੀਰਜ ਦਿੱਤਾ ਜੀ। ਹਾਂਜੀ। ਮਮ ਤੁਮ ਬੈਸ ਏਕ ਸਮਚੀਨ। ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ ਨੂੰ ਹੁਣ ਸਾਰੀ ਗੱਲ ਦਾ ਪਤਾ। ਕਹਿੰਦੇ ਸੁੰਦਰ ਸ਼ਾਹ ਤੂੰ ਅਜੇ ਸਰੀਰ ਨਹੀਂ ਤਿਆਗਣਾ। ਧਿਆਨ ਨਾਲ ਸੁਣਿਓ, ਜਦੋਂ ਤੁਸੀਂ ਇਹ ਬਚਨ ਸੁਣੋਗੇ ਨਾ ਤੇ ਫਿਰ ਤੁਹਾਡੇ ਆਪੇ ਹੀ ਹੱਥ ਜੁੜ ਜਾਣੇ ਤੇ ਮੁਖੋਂ ਬਾਬਾ ਜੀ ਦਾ ਨਾਮ ਨਿਕਲਣਾ ਜੀ। ਕਹਿੰਦੇ ਸੁੰਦਰ ਸ਼ਾਹ ਤੂੰ ਅਜੇ ਸਰੀਰ ਨਹੀਂ ਤਿਆਗਣਾ, ਸਮਾਂ ਆਏਗਾ, ਤੈਨੂੰ ਆਉਣ ਵਾਲੇ ਸਮੇਂ ਦਾ ਨਹੀਂ ਪਤਾ। ਤੇਰਾ ਤੇ ਮੇਰਾ ਸਰੀਰ ਛੱਡਣ ਦਾ ਦਿਨ ਇੱਕੋ ਹੀ ਨੀਅਤ ਹੋਇਆ ਹੈ। ਅਸੀਂ ਇੱਕੋ ਦਿਨ ਹੀ ਦੋਵਾਂ ਨੇ ਸਰੀਰ ਤਿਆਗਣਾ। ਸਾਡੀ ਉਮਰ ਬਰਾਬਰ ਹੀ ਹੈ। ਕਹਿੰਦੇ ਇੱਕੋ ਦਿਨ ਸਰੀਰ ਤਿਆਗਣਾ ਹੈ। ਮਾਸਰੋ ਬਾਸੁਰ ਘਟਿਕਾ ਸੋਏ। ਮੋਰ ਤੋਰ ਤਨ ਤਿਆਗਨ ਹੋਏ। ਇੱਕੋ ਮਹੀਨਾ ਹੋਏਗਾ, ਇੱਕੋ ਦਿਨ ਹੋਏਗਾ, ਇੱਕੋ ਘੜੀ ਹੋਏਗੀ, ਉਹੋ ਹੀ ਸਮਾਂ ਹੋਏਗਾ ਤੇ ਅਸੀਂ ਦੋਵੇਂ ਇਕੱਠਿਆਂ ਹੀ ਸਰੀਰ ਤਿਆਗਾਂਗੇ। ਹਾਂਜੀ। ਸੁਨਤ ਆਨੰਦ ਭਾ ਸੁੰਦਰ ਸ਼ਾਹੂ। ਜਦੋਂ ਸੁੰਦਰ ਸ਼ਾਹ ਨੇ ਇਹ ਗੱਲ ਸੁਣੀ ਵੀ ਅਸੀਂ ਇੱਕੋ ਦਿਨ ਇੱਕੋ ਸਮੇਂ ਸਰੀਰ ਤਿਆਗਣਾ, ਤੇ ਸਾਧ ਸੰਗਤ ਜੀ ਸੁੰਦਰ ਸ਼ਾਹ ਆਨੰਦਿਤ ਹੋ ਗਿਆ ਜੀ। ਉਹਨੂੰ ਬੜਾ ਹੀ ਆਨੰਦ ਆਇਆ ਇਹ ਗੱਲ ਸੁਣ ਕੇ ਵੀ ਇਹ ਤੇ ਬਹੁਤ ਵਧੀਆ ਗੱਲ ਹੈ। ਕਰਹੁ ਕਿਰਪਾ ਤੁਮ ਹੋਵਹੁ ਪਾਹੂ। ਤੇ ਫਿਰ ਉਹ ਕਹਿਣ ਲੱਗੇ ਜੀ ਬਾਬਾ ਜੀ ਫਿਰ ਕਿਰਪਾ ਕਰਿਓ, ਜਦੋਂ ਅਸੀਂ ਸਰੀਰ ਤਿਆਗਣਾ ਤੇ ਮੈਂ ਤੁਹਾਡੇ ਲਾਗੇ ਸਰੀਰ ਤਿਆਗਾਂ, ਇਕੱਠਿਆਂ ਹੀ ਸਰੀਰ ਤਿਆਗਾਂ। ਦੋਨੋਂ ਤਨ ਤਿਆਗੈ ਇੱਕ ਕਾਲ। ਗਮਨਹੁ ਲੇ ਪਰਲੋਕ ਨਿਜ ਨਾਲ। ਬਾਬਾ ਜੀ ਦੋਵੇਂ ਇਕੱਠਿਆਂ ਹੀ ਸਰੀਰ ਤਿਆਗੀਏ ਤੇ ਕਿਰਪਾ ਕਰਿਓ ਪਰਲੋਕ ਵਿੱਚ ਮੈਨੂੰ ਨਾਲ ਹੀ ਲੈ ਕੇ ਜਾਇਓ। ਜਦੋਂ ਤੁਸੀਂ ਸੱਚਖੰਡ ਜਾਣਾ ਤੇ ਦਰਵਾਜ਼ੇ ਖੁੱਲੇ ਹੋਣੇ ਆ ਤੇ ਉਦੋਂ ਫਿਰ ਨਾਲ ਹੀ ਮੈਂ ਵੀ ਜਾਵਾਂਗਾ ਤੁਹਾਡੇ। ਕਿਰਪਾ ਕਰਿਓ ਮੈਨੂੰ ਨਾਲ ਲੈ ਕੇ ਜਾਇਓ। ਦਾਸ ਜਾਨ ਨਿਜ ਬਿਰਦ ਸੰਭਾਰੋ। ਆਪ ਤਰਹੁ ਅਰ ਮੁਖ ਅਵਤਾਰੋ। ਬਾਬਾ ਜੀ ਕਿਰਪਾ ਕਰੋ, ਆਪਣਾ ਦਾਸ ਜਾਣ ਕੇ ਇਹ ਮੇਰੇ ਤੇ ਕਿਰਪਾ ਕਰਿਓ। ਤੁਸੀਂ ਤੇ ਤਰੇ ਹੀ ਹੋ। ਜਦੋਂ ਮੈਂ ਸਰੀਰ ਤਿਆਗਾਂ ਤੁਹਾਡੇ ਨਾਲ ਹੀ ਫਿਰ ਤਿਆਗਾਂ। ਤੁਸੀਂ ਤੇ ਤਰੇ ਹੋ, ਮੈਨੂੰ ਵੀ ਤਾਰ ਦਿਓ। ਮਹਾਰਾਜ ਬਾਣੀ ਵਿੱਚ ਜਿਹੜੇ ਬਚਨ ਕਰਦੇ ਨਾ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਆਪ ਮੁਕਤ। ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਬਾਬਾ ਜੀ ਉਹ ਸਿੱਖ ਹਨ। ਸੁਨ ਬਿਨਤੀ ਵਿਧਿਆ ਸੋ ਪ੍ਰਸੰਨ। ਬਾਬਾ ਬਿਧੀ ਚੰਦ ਜੀ ਵੀ ਉਹਦੀ ਬੇਨਤੀ ਸੁਣ ਕੇ ਖੁਸ਼ ਹੋਏ ਜੀ। ਹਾਂਜੀ। ਤਬ ਸੰਕਲਪ ਹੋਏ ਨਹਿ ਅੰਨ। ਕਹਿਣ ਲੱਗੇ ਠੀਕ ਹੈ, ਤੇਰਾ ਸੰਕਲਪ ਮੇਰੇ ਤੋਂ ਵੱਖ ਨਹੀਂ ਹੋਏਗਾ। ਜਬ ਹੈ ਸਮਾਂ ਤਨ ਤਜਬੇ ਹੋਏ। ਜਦੋਂ ਸਾਡੇ ਸਰੀਰ ਛੱਡਣ ਦਾ ਸਮਾਂ ਹੋਵੇਗਾ ਤੋਜ ਢਿਗ ਪਹੁੰਚੋਏ ਲਖ ਮੈਂ ਸੋਏ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਤੁਹਾਨੂੰ ਯਤਨ ਕਰਨ ਦੀ ਲੋੜ ਨਹੀਂ, ਸੁੰਦਰ ਸ਼ਾਹ ਜੀ ਮੈਂ ਆਪੇ ਹੀ ਤੁਹਾਡੇ ਕੋਲ ਆ ਜਾਵਾਂਗਾ। ਹੁਣ ਚੇਤਾ ਰੱਖਿਓ, ਮੇਰੇ ਵਰਗੇ ਕੱਚੇ ਬੰਦੇ ਬੜੀਆਂ ਹੀ ਗੱਲਾਂ ਕਰਦੇ ਆ ਤੇ ਗੱਲਾਂ ਕਰਦਿਆਂ ਕਰਦਿਆਂ ਪਹਾੜ ਤੇ ਚੜ ਜਾਂਦੇ ਆ। ਭਾਵ ਵੀ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਆ, ਪਰ ਹੁੰਦੇ ਬਚਨ ਦੇ ਕੱਚੇ ਨੇ। ਪਰ ਗੁਰਮੁਖਾਂ ਦੇ ਬਾਰੇ ਮਹਾਰਾਜ ਬਾਣੀ 'ਚ ਪਤਾ ਕੀ ਲਿਖਦੇ? ਸੂਰਬੀਰ ਬਚਨ ਕੇ ਬਲੀ।
ਬਾਬਾ ਬਿਧੀ ਚੰਦ ਜੀ ਨੇ ਬਚਨ ਕਰਤਾ ਸੁੰਦਰ ਸ਼ਾਹ ਨੂੰ, ਸੁੰਦਰ ਸ਼ਾਹ ਜਦੋਂ ਸਰੀਰ ਤਿਆਗਾਂਗੇ ਇਕੱਠਿਆਂ ਤਿਆਗਾਂਗੇ, ਤੈਨੂੰ ਯਤਨ ਕਰਨ ਦਾ ਲੋੜ ਨਹੀਂ, ਅਸੀਂ ਆਪੇ ਹੀ ਤੇਰੇ ਕੋਲ ਆ ਜਾਵਾਂਗੇ, ਆਪੇ ਹੀ ਤੇਰੇ ਪਾਸ ਆ ਜਾਵਾਂਗੇ। ਤੇ ਪਿਆਰਿਓ, ਆਮ ਬੰਦਿਆਂ ਦੇ ਵਾਅਦਿਆਂ ਵਿੱਚ ਤੇ ਗੁਰਮੁਖਾਂ ਦੇ ਵਾਅਦਿਆਂ ਵਿੱਚ ਬੜਾ ਫਰਕ ਹੁੰਦਾ ਜੀ। ਆਮ ਬੰਦੇ ਮੁੱਕਰ ਸਕਦੇ ਆ, ਪਰ ਗੁਰਮੁਖ ਐਸਾ ਨਹੀਂ ਤੇ ਕਰਦੇ। ਹਾਂਜੀ, ਇਹਾਂ ਆਨ ਮੈਂ ਤਿਆਗੋਂ ਪ੍ਰਾਨ। ਬਾਬਾ ਜੀ ਕਹਿੰਦੇ ਇੱਥੇ ਆ ਕੇ ਸਰੀਰ ਤਿਆਗਾਂਗਾ, ਬੈਠੋ ਆਪ ਧਰੋ ਗੁਰ ਧਿਆਨ। ਤੇ ਤੁਸੀਂ ਬੈਠੋ ਤੇ ਬੈਠ ਕੇ ਮੇਰੇ ਗੁਰੂ ਦਾ ਧਿਆਨ ਧਾਰੋ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਬਸ ਆ ਬੜਾ ਵੱਡਾ ਫਰਕ ਚ ਬਾਬਾ ਬਿਧੀ ਚੰਦ ਜੀ ਨੇ ਉਹਨੂੰ ਆਪਣੇ ਨਾਲ ਨਹੀਂ ਜੋੜਿਆ, ਸੁੰਦਰ ਸ਼ਾਹ ਨੂੰ। ਬਾਬਾ ਬਿਧੀ ਚੰਦ ਜੀ ਨੇ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੋੜ ਦਿੱਤਾ। ਕਹਿੰਦੇ ਬੈਠੋ ਤੇ ਮਹਾਰਾਜ ਜੀ ਦਾ ਧਿਆਨ ਧਰੋ। ਸੁਨ ਆਨੰਦ ਬਹੁ ਸੁੰਦਰ ਸ਼ਾਹੂ। ਤੇ ਸੁਣ ਕੇ ਫਿਰ ਸੁੰਦਰ ਸ਼ਾਹ ਬਹੁਤ ਆਨੰਦ ਵਿੱਚ ਆਇਆ। ਸਾਧ ਸੰਗਤ ਜੀ, ਜਿਹਨੂੰ ਗੁਰਮੁਖ ਬਚਨ ਕਰ ਦਵੇ ਕਿ ਜਦੋਂ ਦਰਗਾਹ ਜਾਵਾਂਗੇ ਤੈਨੂੰ ਨਾਲ ਹੀ ਲੈ ਕੇ ਜਾਵਾਂਗੇ, ਫਿਰ ਉਹਨੂੰ ਤੇ ਚਾਅ ਚੜਨਾ ਹੀ ਹੈ ਨਾ। ਹਾਂਜੀ, ਬੰਦਤ ਬਿਧੀ ਚੰਦ ਪਦ ਪਾਹੂ। ਤੇ ਬਾਬਾ ਬਿਧੀ ਚੰਦ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਉਹਨੇ ਜੀ। ਹਾਂਜੀ, ਅਬ ਮੈਂ ਕਾਜ ਗੁਰੂ ਕੇ ਜਾਵੋਂ। ਬਾਬਾ ਬਿਧੀ ਚੰਦ ਜੀ ਕਹਿੰਦੇ ਸੁੰਦਰ ਸ਼ਾਹ, ਹੁਣ ਮੈਂ ਆਪਣੇ ਸਤਿਗੁਰੂ ਦੇ ਕਾਰਜ ਚੱਲਣਾ। ਸਾਧ ਸੰਗਤ ਜੀ, ਤੁਸੀਂ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਸੁਣ ਰਹੇ ਹੋ। ਬੜੀਆਂ ਸਾਖੀਆਂ ਬਾਬਾ ਬਿਧੀ ਚੰਦ ਜੀ ਦੇ ਜੀਵਨ ਵਿੱਚੋਂ ਸੁਣਦੀਆਂ ਤੁਸਾਂ। ਬਾਬਾ ਬਿਧੀ ਚੰਦ ਜੀ ਨੂੰ ਗੁਰੂ ਸਾਹਿਬ ਜੀ ਦੇ ਕਾਰਜ ਦਾ ਬਹੁਤਾ ਹੀ ਚਾਅ ਹੁੰਦਾ ਸੀਗਾ। ਬੜਾ ਚਾਅ ਹੋਣਾ ਕਿ ਮੈਂ ਗੁਰੂ ਸਾਹਿਬ ਦਾ ਕਾਰਜ ਕਰਨਾ। ਵੇਖੋ ਕਦੋਂ ਦੇ ਇਹ ਨੇ, ਜਦੋਂ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਮੰਦਰ ਸਾਹਿਬ ਬਣਾਇਆ, ਉਦੋਂ ਵੀ ਬਾਬਾ ਬਿਧੀ ਚੰਦ ਸਾਹਿਬ ਨਾਲ ਹਨ ਜੀ। ਜਦੋਂ ਮੇਰੇ ਸਤਿਗੁਰੂ ਸ਼ਹੀਦੀ ਦੇਣ ਲਾਹੌਰ ਗਏ ਆ, ਬਾਬਾ ਬਿਧੀ ਚੰਦ ਸਾਹਿਬ ਉਦੋਂ ਵੀ ਨਾਲ ਹਨ। ਕਿੰਨਾ ਵੱਡਾ ਜੀਵਨ ਬਾਬਾ ਜੀ ਦਾ। ਵੇਖੋ, ਸਿੱਖੀ ਉਹ ਹੈ ਜਿਹਦੇ ਵਿੱਚ ਫਰਕ ਨਾ ਪਵੇ। ਆਪਾਂ ਵੇਖਦੇ ਆ, ਜਦੋਂ ਕੋਈ ਨਵਾਂ ਨਵਾਂ ਲੱਗਦਾ ਉਦੋਂ ਚਾਅ ਬਹੁਤ ਹੁੰਦਾ, ਪਰ ਕਈ ਵਾਰੀ ਕਈ ਪ੍ਰੇਮੀਆਂ ਵਿੱਚ ਵੇਖਣ ਨੂੰ ਮਿਲਦਾ, ਜਦੋਂ ਸਮਾਂ ਵੱਧਦਾ ਜਾਂਦਾ ਹੈ ਨਾ, ਉਹਨਾਂ ਦਾ ਚਾਅ ਘਟਦਾ ਜਾਂਦਾ ਹੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਈ ਗੁਰਮੁਖਾਂ ਪ੍ਰੇਮੀਆਂ ਨੂੰ ਵੇਖਿਆ ਵੀ ਹੈ ਤੇ ਮਿਲੇ ਵੀ ਆ। ਉਹ ਕਹਿੰਦੇ ਭਾਈ ਸਾਹਿਬ, ਪਹਿਲਾਂ ਪਹਿਲਾਂ ਤੇ ਬੜਾ ਵਧੀਆ ਨਿਤਨੇਮ ਹੁੰਦਾ ਸੀ, ਪਰ ਹੁਣ ਨਹੀਂ ਹੁੰਦਾ। ਹੁਣ ਨਾ ਕੀ ਕਰੀਏ, ਜੀ ਬੜਾ ਕਰਦਾ ਹੈ ਪਰ ਹੁੰਦਾ ਹੀ ਨਹੀਂ ਹੈ। ਤੇ ਕਈ ਪ੍ਰੇਮੀ ਇਹੋ ਜਿਹੇ ਵੀ ਹੁੰਦੇ ਆ, ਉਹ ਕਹਿੰਦੇ ਜੀ ਪਹਿਲਾਂ ਤੇ ਹੱਥੋਂ ਗੁਟਕਾ ਸਾਹਿਬ ਹੀ ਨਹੀਂ ਸੀ ਛੱਡੀਦਾ, ਪਤਾ ਨਹੀਂ ਹੁਣ ਕੀ ਗੱਲ ਹੈ, ਬਾਣੀ ਪੜਨ ਨੂੰ ਜੀ ਨਹੀਂ ਕਰਦਾ। ਇਹੋ ਜਿਹੇ ਵੀ ਹੁੰਦੇ। ਮਨ ਦੀ ਅਵਸਥਾ ਬਦਲਦੀ ਰਹਿੰਦੀ ਹੈ, ਇੱਕ ਜੈਸੀ ਨਹੀਂ ਰਹਿੰਦੀ। ਕਬਹੂ ਜੀਰਾ ਊਬ ਚਰਤ ਹੈ, ਕਬਹੂ ਜਾਏ ਪਿਆਲੇ। ਪਰ ਇੱਕ ਗੱਲ ਦਾ ਚੇਤਾ ਰੱਖਿਓ, ਬਾਬਾ ਬਿਧੀ ਚੰਦ ਜੀ ਦੀ ਅਵਸਥਾ ਇੱਕ ਰਸ ਰਹੀ ਹੈ। ਜਿਹੋ ਜਿਹਾ ਪਹਿਲੇ ਦਿਨ ਚਾਹ ਸੀ ਨਾ, ਅੱਜ ਤੱਕ ਉਹੋ ਜਿਹਾ ਹੀ ਚਾਹ ਹੈ। ਜਦੋਂ ਪਹਿਲੇ ਦਿਨ ਬਾਬਾ ਬਿਧੀ ਚੰਦ ਜੀ ਸਤਿਗੁਰੂ ਦੇ ਹਜ਼ੂਰ ਆਏ ਆ, ਤੇ ਜਿੰਨਾ ਸੇਵਾ ਦਾ ਚਾਅ ਸੀ, ਤੇ ਹੁਣ ਵੱਡੀ ਵਡਿਆਈ ਮਿਲੀ ਬਾਬਾ ਜੀ ਨੂੰ। ਮਹਾਰਾਜ ਨੇ ਆਪਣਾ ਸੀਨਾ ਕਹਿ ਦਿੱਤਾ, ਤੇ ਹੁਣ ਬਾਬਾ ਜੀ ਦਾ ਇਹ ਨਹੀਂ ਘਟ ਗਿਆ ਕਿ ਚਲੋ ਹੁਣ ਸਾਨੂੰ ਸੇਵਾ ਕਰਨ ਦੀ ਲੋੜ ਨਹੀਂ ਹੈਗੀ। ਹੁਣ ਤੇ ਮਹਾਰਾਜ ਨੇ ਸਾਨੂੰ ਆਪਣਾ ਸੀਨਾ ਹੀ ਕਹਿਤਾ, ਸਾਨੂੰ ਆਪਣਾ ਰੂਪ ਹੀ ਕਹਿਤਾ। ਨਹੀਂ ਸਾਧ ਸੰਗਤ ਜੀ, ਸੇਵਾ ਦਾ ਚਾਅ ਉਸੇ ਤਰ੍ਹਾਂ ਬਣਿਆ ਰਿਹਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਗੁਰੂ ਸਾਹਿਬ ਅੱਗੇ ਅਰਦਾਸ ਕਰੋ ਵੀ ਸਾਡੇ ਅੰਦਰ ਵੀ ਸੇਵਾ ਦਾ ਚਾਅ ਇਸੇ ਤਰ੍ਹਾਂ ਬਣਿਆ ਰਵੇ। ਪਹਿਲੇ ਦਿਨ ਵਾਲਾ ਚਾਅ ਉਹ ਸਦਾ ਹੀ ਬਣਿਆ ਰਵੇ। ਇਹ ਹੁੰਦਾ ਸਤਿਗੁਰੂ ਜੀ ਦੀ ਦਿਆਲਤਾ ਨਾਲ ਹੈ।
ਸੋ ਬਾਬਾ ਬਿਧੀ ਚੰਦ ਬੜੇ ਚਾਅ ਵਿੱਚ ਸੁੰਦਰ ਸ਼ਾਹ ਨੂੰ ਕਹਿਣ ਲੱਗੇ, ਸੁੰਦਰ ਸ਼ਾਹ ਹੁਣ ਮੈਂ ਆਪਣੇ ਸਤਿਗੁਰੂ ਦਾ ਕਾਰਜ ਕਰਨ ਚੱਲਾਂ ਹਾਂ। ਤਿਨ ਕੇ ਤਨ ਕੇ ਅੰਤ ਸਮੈ ਪੁਨ ਆਵੋ। ਜਦੋਂ ਸਰੀਰ ਦਾ ਅੰਤਮ ਸਮਾਂ ਆਵੇਗਾ ਨਾ, ਉਦੋਂ ਮੈਂ ਤੁਹਾਡੇ ਕੋਲ ਆ ਜਾਵਾਂਗਾ। ਹੁਣ ਵੈਸੇ ਤਾਂ ਇਹ ਵੀ ਬੜੀ ਵੱਡੀ ਗੱਲ ਹੈ, ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ। ਮਹਾਰਾਜ ਕਹਿੰਦੇ ਪਤਾ ਹੀ ਕੋਈ ਨਹੀਂ ਹੈ, ਪਰ ਬਾਬਾ ਜੀ ਨੂੰ ਪਤਾ ਤੇ ਵੀ ਅਸੀਂ ਕਦੋਂ ਸਰੀਰ ਤਿਆਗਣਾ, ਕਦੋਂ ਸਾਡਾ ਅੰਤਮ ਸਮਾਂ ਆਉਣਾ। ਹਾਂਜੀ। ਇਮ ਕਹਿ ਗਇਓ ਦੇਸ਼ ਤਿਸ ਮਾਹੀ। ਇਹ ਕਹਿ ਕੇ ਤੇ ਬਾਬਾ ਜੀ ਅੱਗੇ ਵਧੇ। ਗੁਰ ਸੰਗਤ ਪਤਰੀ ਪਠ ਜਾਹੀ। ਉਸ ਦੇਸ਼ ਵਿੱਚ ਗਏ ਜਿੱਥੇ ਸੰਗਤਾਂ ਨੇ ਚਿੱਠੀ ਲਿਖ ਕੇ ਮਹਾਰਾਜ ਜੀ ਨੂੰ ਸੱਦਿਆ ਸੀ। ਸਾਗਰ ਟਾਪੂ ਮਹਿ ਅਭਿਰਾਮ। ਪੁਰ ਮੈਂ ਨਾਕ ਤਾਹੇ ਕੋ ਨਾਮ। ਮੈਂ ਨਾਕਪੁਰ ਇੱਕ ਪਹਾੜ ਹੈ, ਸਮੁੰਦਰ ਦੇ ਵਿੱਚ ਹੈ ਸਾਧ ਸੰਗਤ ਜੀ ਉਹ ਇਲਾਕਾ। ਉੱਥੇ ਬਾਬਾ ਬਿਧੀ ਚੰਦ ਜੀ ਗਏ। ਦਿਓ ਹੁਕਮਨਾਮਾ ਗੁਰ ਕੇਰਾ। ਤੇ ਉੱਥੇ ਜਾ ਕੇ ਨਾ ਮਹਾਰਾਜ ਦਾ ਹੁਕਮਨਾਮਾ ਸਿੱਖਾਂ ਨੂੰ ਦਿੱਤਾ, ਤੇ ਗੁਰੂ ਸਾਹਿਬ ਨੇ ਹੁਕਮਨਾਮਾ ਲਿਖਿਆ ਸੀ, ਸਾਧ ਸੰਗਤ ਜੀ ਬਿਧੀ ਚੰਦ ਮੇਰਾ ਪਿਆਰਾ ਸਿੱਖ, ਮੇਰਾ ਹੀ ਰੂਪ ਤੁਹਾਡੇ ਕੋਲ ਆ ਰਿਹਾ, ਜਿੰਨਾ ਸਤਿਕਾਰ ਸਾਡਾ ਕਰਨਾ ਉਹਨਾਂ ਬਿਧੀ ਚੰਦ ਜੀ ਦਾ ਕਰਨਾ ਹੈ। ਉਹ ਸਤਿਗੁਰੂ ਜੀ ਨੇ ਹੁਕਮਨਾਮਾ ਦਿੱਤਾ, ਇਹੋ ਸਿੱਖ ਪਿਖੋ ਰੂਪ ਜਿਮ ਮੇਰਾ। ਵੀ ਇਸ ਸਿੱਖ ਦੇ ਦਰਸ਼ਨ ਉਸ ਹਿਸਾਬ ਨਾਲ ਕਰਨੇ ਜਿਵੇਂ ਸਾਡੇ ਦਰਸ਼ਨ ਕਰਨ ਦੇ ਆ। ਹਾਂਜੀ। ਸੁਨਤ ਆਨੰਦ ਭਏ ਸਿੱਖ ਸਾਰੇ। ਸਾਰੇ ਉਸ ਦੇਸ਼ ਵਿੱਚ ਚਾਉ ਚੜ ਗਿਆ, ਇੰਨਾ ਚਾਅ ਚੜਿਆ ਵੀ ਬਾਬਾ ਬਿਧੀ ਚੰਦ ਜੀ ਨਹੀਂ ਆਏ, ਮਾਨੋ ਗੁਰੂ ਹਰਗੋਬਿੰਦ ਸਾਹਿਬ ਆਪ ਆ ਗਏ ਹੋਣ। ਦੇਤ ਉਪਾਇਨ ਬੰਧਨ ਧਾਰੇ। ਬੜੀਆਂ ਬੜੀਆਂ ਭੇਟਾਵਾਂ ਬਾਬਾ ਜੀ ਨੂੰ ਦਿੱਤੀਆਂ। ਲੋਕ ਦਿਨੇ ਸਵੇਰੇ ਸ਼ਾਮ ਆ ਕੇ ਬਾਬਾ ਜੀ ਨੂੰ ਮੱਥਾ ਟੇਕਦੇ। ਆਪਾਂ ਵੀ ਕਹੀਏ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ। ਹਾਂਜੀ। ਸ੍ਰੀ ਗੁਰ ਹਰਗੋਬਿੰਦ ਮਨਿੰਦ। ਬਿਧੀ ਚੰਦ ਕੋ ਮਨ ਹੈ ਬ੍ਰਿੰਦ। ਸਾਰੇ ਦੇਸ਼ ਨੇ ਬਾਬਾ ਬਿਧੀ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰੂਪ ਸਮਝ ਕੇ ਮੱਥਾ ਟੇਕਿਆ ਜੀ। ਹਾਂਜੀ। ਬਸਨ ਬਿਭੂਖਨ ਜਰੇ ਜਵਾਹਰ। ਬੜੇ ਬੜੇ ਵਸਤਰ, ਬੜੇ ਬੜੇ ਗਹਿਣੇ ਬਾਬਾ ਜੀ ਨੂੰ ਭੇਟ ਕੀਤੇ। ਜਬਰ ਅਜਾਇਬ ਜ਼ੇਬ ਸੋ ਜ਼ਾਹਰ। ਜਿਹੜੇ ਹੀਰੇ ਜਵਾਹਰਾਤਾਂ ਨਾਲ ਜੜੇ ਹੋਏ ਸਨ ਨਾ ਗਹਿਣੇ, ਉਹ ਗਹਿਣੇ ਬਾਬਾ ਬਿਧੀ ਚੰਦ ਜੀ ਨੂੰ ਦਿੱਤੇ ਜੀ। ਹਾਂਜੀ। ਭਾਂਤ ਭਾਂਤ ਕੇ ਭੋਜਨ ਭਾਵਤ। ਤੇ ਕਈ ਤਰ੍ਹਾਂ ਦਾ ਭੋਜਨ ਵੀ ਛਕਾਇਆ ਜੀ ਬਾਬਾ ਜੀ ਨੂੰ। ਪ੍ਰੇਮ ਭਾਉ ਤੇ ਭਲੇ ਅਚਾਵਤ। ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਉਹ ਬਾਬਾ ਬਿਧੀ ਚੰਦ ਜੀ ਨੂੰ ਨਾ ਪ੍ਰਸ਼ਾਦ ਪਾਣੀ ਭੋਜਨ ਛਕਾਉਂਦੇ ਆ। ਤੇ ਧੰਨ ਬਾਬਾ ਬਿਧੀ ਚੰਦ ਜੀ ਵਿੱਚ ਰੰਚਕ ਮਾਤਰ ਵੀ ਹੰਕਾਰ ਨਹੀਂ ਆਉਂਦੇ ਆ ਜੀ। ਨਿਮਰਤਾ ਹੋਰ ਵੱਧਦੀ ਜਾਂਦੀ ਹੈ। ਇੱਕ ਹਿਸਾਬ ਨਾਲ ਗੁਰਤਾ ਗੱਦੀ ਵਾਲੀ ਗੱਲ ਹੀ ਸੀ, ਕਹਿ ਦੇਣਾ ਵੀ ਸਾਡਾ ਰੂਪ ਹੈਗੇ ਬਾਬਾ ਬਿਧੀ ਚੰਦ ਜੀ, ਛੋਟੀ ਗੱਲ ਨਹੀਂ ਹੈਗੀ। ਤੇ ਬਾਬਾ ਬਿਧੀ ਚੰਦ ਜੀ ਨੂੰ ਰੰਚਕ ਮਾਤਰ ਵੀ ਹੰਕਾਰ ਨਹੀਂ ਆ ਰਿਹਾ। ਇਸੇ ਕਰਕੇ ਭਾਈ ਗੁਰਦਾਸ ਜੀ ਲਿਖਦੇ ਆ, ਗੁਰਮੁਖ ਪੰਥ ਸੁਹਾਵੜਾ, ਗੁਰਮੁਖ ਪੰਥ ਸੁਹਾਵੜਾ। ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ। ਹਾਂਜੀ। ਰੈਣ ਦਿਵਸ ਆਇਸ ਮਹਿ ਰਹੈ। ਦਿਨ ਰਾਤ ਸੰਗਤਾਂ ਉਥੋਂ ਦੀਆਂ ਬਾਬਾ ਬਿਧੀ ਚੰਦ ਜੀ ਦੀ ਆਗਿਆ ਵਿੱਚ ਰਹਿੰਦੇ। ਬਾਂਸ਼ਤ ਹਿਰਦੈ ਮਨੋਰਥ ਲਹੈ। ਤੇ ਫਿਰ ਕਮਾਲ ਦੀ ਗੱਲ, ਬਾਬਾ ਬਿਧੀ ਚੰਦ ਜੀ ਦੇ ਸਾਹਮਣੇ ਖਲੋ ਕੇ ਸੰਗਤਾਂ ਅਰਦਾਸ ਕਰਦੀਆਂ ਤੇ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਜੀ। ਇੰਜ ਅਰਦਾਸਾਂ ਪੂਰੀਆਂ ਹੁੰਦੀਆਂ ਜਿਵੇਂ ਗੁਰੂ ਸਾਹਿਬ ਜੀ ਦੇ ਅੱਗੇ ਕੋਈ ਸਿੱਖ ਅਰਦਾਸ ਕਰੇ ਤੇ ਉਹਦੀ ਅਰਦਾਸ ਪੂਰੀ ਹੁੰਦੀ ਜੀ। ਇੰਜ ਅਰਦਾਸਾਂ ਪੂਰੀਆਂ ਹੋਈਆਂ ਜੀ। ਹਾਂਜੀ। ਗੁਰਬਾਣੀ ਪੜ ਅਰਥ ਸਮੇਤ। ਬਾਬਾ ਜੀ ਨੇ ਫਿਰ ਸਵੇਰੇ ਸ਼ਾਮ ਉਸ ਦੇਸ਼ ਵਿੱਚ ਇਲਾਕੇ ਵਿੱਚ ਆਪ ਗੁਰਬਾਣੀ ਦਾ ਪਾਠ ਕਰਨਾ। ਤੇ ਧੰਨ ਬਾਬਾ ਬਿਧੀ ਚੰਦ ਜੀ ਫਿਰ ਆਪ ਕਥਾ ਵੀ ਸੁਣਾਉਂਦੇ ਸੰਗਤ ਨੂੰ।
ਬੜੇ ਪ੍ਰੇਮ ਨਾਲ ਗੁਰਬਾਣੀ ਦੇ ਅਰਥ ਸੰਗਤ ਨੂੰ ਸੁਣਾਉਂਦੇ। ਵਿਧੀ ਚੰਦ ਉਪਦੇਸ਼ ਸੁਦੇਤ। ਤੇ ਬਾਬਾ ਵਿਧੀ ਚੰਦ ਜੀ ਫਿਰ ਉੱਚੇ ਸਥਾਨ ਤੇ ਬੈਠ ਕੇ ਸੰਗਤ ਨੂੰ ਉਪਦੇਸ਼ ਵੀ ਬਖਸ਼ਿਸ਼ ਕਰਦੇ ਜੀ। ਕੀ ਉਪਦੇਸ਼ ਬਖਸ਼ਿਸ਼ ਕਰਦੇ? ਗੁਰ ਮਹਿਮਾ ਸਿਮਰਤ ਸਤਨਾਮੂ। ਕਿ ਭਾਈ ਇਸ ਸੰਸਾਰ ਵਿੱਚ ਸਭ ਤੋਂ ਵੱਡੇ ਜੇ ਕੋਈ ਸਤਿਗੁਰੂ ਹਨ ਤੇ ਗੁਰੂ ਨਾਨਕ ਸਾਹਿਬ ਹਨ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਸਾਹਿਬ ਦੀ ਮਹਿਮਾ ਸੁਣਾਉਂਦੇ। ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਦਾ ਬਾਬਾ ਜੀ ਉਪਦੇਸ਼ ਦਿੰਦੇ ਸੰਗਤ ਨੂੰ। ਹਉ ਮੈਂ ਤਿਆਗਨ ਮਨ ਬਿਸਰਾਮੂ। ਤੇ ਫਿਰ ਕਹਿੰਦੇ ਭਾਈ ਹਉਮੈ ਤਿਆਗਣੀ ਹੈ, ਮਨ ਨੂੰ ਟਿਕਾਓ ਵਿੱਚ ਰੱਖਣਾ। ਤੇ ਸਾਧ ਸੰਗਤ ਦੀ ਇਹ ਜਿਹੜੀ ਹਉਮੈ ਹੈ ਨਾ, ਇਹ ਐਵੇਂ ਨਹੀਂ ਕਿਤੇ ਛੁੱਟਦੀ। ਇਹਦੇ ਵਾਸਤੇ ਸਿਮਰਨ ਅਭਿਆਸ ਕਰਨਾ ਪੈਂਦਾ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਹਉਮੈ ਦਾ ਤਰੀਕਾ ਹੀ ਇੱਕੋ ਹੈ। ਜੇ ਤੁਸੀਂ ਕਹੋ ਹਉਮੈ ਦੂਰ ਕਿਵੇਂ ਕਰਨੀ, ਤੇ ਹਉਮੈ ਦੂਰ ਕਰਨ ਦਾ ਤਰੀਕਾ ਇੱਕੋ ਹੀ ਹੈ। ਉਹ ਭਾਈ ਗੁਰਦਾਸ ਜੀ ਲਿਖਦੇ, ਗੁਰੂ ਦਾ ਬਖਸ਼ਿਆ ਹੋਇਆ ਮੰਤਰ ਜਪੋ ਕਹਿੰਦੇ। ਆਪੇ ਹੀ ਸਹਿਜੇ ਸਹਿਜੇ ਨਿਮਰਤਾ ਆਉਂਦੀ ਹੈ। ਇਹ ਗੱਲ ਪੱਕੀ ਹੈ। ਜਿਹਦੀ ਜਿੰਨੀ ਕਮਾਈ ਵੱਧ ਹੋਏਗੀ ਉਹਦੀ ਓਨੀ ਨਿਮਰਤਾ ਵੱਧ ਹੋਏਗੀ ਜੀ। ਤੇ ਜਿੰਨੀ ਕਮਾਈ ਘੱਟ ਹੈ ਓਨੀ ਆਕੜ ਵੱਧ ਹੈ। ਸੋ ਬਾਬਾ ਜੀ ਬੜੇ ਪਿਆਰ ਨਾਲ ਸੰਗਤ ਨੂੰ ਉਪਦੇਸ਼ ਦਿੰਦੇ, ਭਾਈ ਗੁਰਮੰਤਰ ਦਾ ਜਾਪ ਜਪੋ, ਹਉਮੈ ਤਿਆਗੋ, ਤੁਹਾਡਾ ਮਨ ਟਿਕਾਓ ਵਿੱਚ ਆਏਗਾ। ਇਹ ਕੁਦਰਤੀ ਹੈ। ਸਾਧ ਸੰਗਤ ਜੀ ਜਦੋਂ ਗੁਰਮੁਖ ਪਿਆਰੇ ਨਾਮ ਜਪਦੇ ਆ ਨਾ, ਤੇ ਦੱਸਦੇ ਆ, ਕਹਿੰਦੇ ਫਿਰ ਗੱਲ ਕਰਨ ਦਾ ਜੀ ਨਹੀਂ ਕਰਦਾ। ਮਨ ਟਿਕਾਓ ਵਿੱਚ ਆਉਂਦਾ, ਮਨ ਸਹਿਜ ਵਿੱਚ ਆਉਂਦਾ। ਸੋ ਇਹ ਬਾਬਾ ਜੀ ਉਪਦੇਸ਼ ਬਖਸ਼ਿਸ਼ ਕਰਦੇ। ਦਇਆ ਖਿਮਾ ਸੁਚ ਸੰਜਮ ਧੀਰਜ। ਫਿਰ ਉਪਦੇਸ਼ ਕੀ ਬਖਸ਼ਿਸ਼ ਕਰਦੇ, ਇਹਨੂੰ ਧਿਆਨ ਨਾਲ ਸੁਣਿਓ। ਦਇਆ ਦਾ ਉਪਦੇਸ਼ ਬਖਸ਼ਿਸ਼ ਕਰਦੇ ਜੀ। ਦੂਜਿਆਂ ਦੇ ਉੱਤੇ ਤਰਸ ਕਰਨਾ, ਤਰਸ ਕਰਨਾ ਚਾਹੀਦਾ। ਖਿਮਾ ਕਿਸੇ ਨੂੰ ਮੁਆਫ ਕਰਨਾ। ਸੋਚ, ਸੋਚ ਤੋਂ ਤਾਂ ਬੜੇ ਦੂਰ ਹੋਈ ਜਾ ਰਹੇ ਸਾਰੇ। ਮਾਫ ਕਰਿਓ। ਸੁਚਤਾ ਨਹੀਂ ਕੋਈ ਰੱਖਦਾ, ਤੇ ਜੇ ਕੋਈ ਰੱਖਣ ਦਾ ਯਤਨ ਕਰੇ ਉਹਨੂੰ ਕਹਿੰਦੇ ਪਖੰਡ ਕਰਦਾ ਹੈ। ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਸੁਚਤਾ ਰੱਖਣੀ ਹੈ। ਘਰ ਵਿੱਚ ਪ੍ਰਸ਼ਾਦਾ ਪਾਣੀ ਬਣਾਉਂਦੇ ਹੋ, ਬੀਬੀਆਂ ਨੂੰ ਬੇਨਤੀ ਹੈ ਜਿੰਨਾ ਹੋ ਸਕੇ ਨਾ ਸੁਚਤਾ ਰੱਖਿਆ ਕਰੋ। ਤੁਸੀਂ ਵੇਖਿਓ ਸੁਚਤਾ ਰੱਖ ਕੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਪ੍ਰਸ਼ਾਦ ਪਾਣੀ ਭੋਜਨ ਤਿਆਰ ਕਰੋ, ਤੁਹਾਡੇ ਬੱਚਿਆਂ ਦੇ ਅੰਦਰ ਆਪੇ ਟਿਕਾਓ ਆਉਣ ਲੱਗ ਪਏਗਾ। ਸੁਚਤਾ ਨਾਲ ਉਹ ਵਿੱਚ ਆਪ ਵੀ ਚੈੱਕ ਕਰੀ ਜਾਣਾ। ਉਹੋ ਹੀ ਝੂਠੇ ਹੱਥਾਂ ਦੇ ਨਾਲ ਫਿਰ ਕੜਛੀਆਂ ਵੀ ਹਿਲਾਈ ਜਾਣੀਆਂ ਨੇ, ਉਦਾਂ ਹੀ ਫਿਰ ਸਬਜ਼ੀਆਂ ਵੀ ਕੱਟੀ ਜਾਣੀਆਂ, ਉਂਝ ਹੀ ਪ੍ਰਸ਼ਾਦ ਪਾਣੀ ਭੋਜਨ ਤਿਆਰ ਕਰੀ ਜਾਣਾ। ਤੇ ਫਿਰ ਕਹਿੰਦੇ ਜੀ ਸਾਡਾ ਨਾ ਬਾਣੀ 'ਚ ਧਿਆਨ ਨਹੀਂ ਜੁੜਦਾ। ਕਿੱਥੋਂ ਜੁੜਨਾ? ਬਾਬਾ ਜੀ ਨੇ ਉਸ ਇਲਾਕੇ ਨੂੰ ਉਪਦੇਸ਼ ਦਿੱਤਾ, ਦਇਆ ਖਿਮਾ ਸੁਚ ਸੰਜਮ ਧੀਰਜ। ਇਹ ਸਾਰੀਆਂ ਗੱਲਾਂ ਬੜੀਆਂ ਜ਼ਰੂਰੀ ਹਨ। ਚਲੋ ਦਇਆ ਤੇ ਅੰਦਰੋਂ ਹੀ ਪੈਦਾ ਹੋਣੀ ਹੈ, ਖਿਮਾ ਵੀ ਅੰਦਰੋਂ ਪੈਦਾ ਹੋਣੀ ਹੈ। ਬਾਹਰੋਂ ਸੁਚਤਾ ਰੱਖਣ ਦਾ ਤੇ ਯਤਨ ਕਰੀਏ ਨਾ, ਬਾਹਰੋਂ ਸੁਚਤਾ ਰੱਖਣ ਦਾ ਯਤਨ ਕਰੀਏ। ਉਹ ਸਾਰਾ ਟੱਬਰ ਬਹਿ ਜਾਂਦਾ ਤੇ ਉੱਥੋਂ ਰੋਟੀਆਂ ਚੁੱਕ ਚੁੱਕ ਖਾਈ ਜਾਂਦੇ ਹੈ, ਤੇ ਸਭ ਝੂਠ ਮੀਠ ਵਿੱਚ ਹੀ। ਨਹੀਂ, ਬਾਬਾ ਜੀ ਨੇ ਉਪਦੇਸ਼ ਦਿੱਤਾ ਵੀ ਸੁਚਤਾ ਵੀ ਰੱਖਣੀ ਹੈ, ਸੁਚਤਾ ਰੱਖਣੀ ਹੈ, ਸੰਜਮ ਰੱਖਣਾ ਹੈ। ਸੰਜਮ ਕਿਹਦੇ ਤੇ ਰੱਖਣਾ? ਆਪਣੀਆਂ ਇੰਦਰੀਆਂ ਤੇ ਸੰਜਮ ਰੱਖਣਾ, ਆਪਦੀ ਜ਼ੁਬਾਨ ਉੱਤੇ ਸੰਜਮ ਰੱਖਣਾ, ਛਕਣ ਛਕਾਉਣ ਦਾ ਸੰਜਮ ਰੱਖਣਾ, ਪਰਹੇਜ਼ ਰੱਖਣਾ। ਤੁਸੀਂ ਵੇਖਿਓ ਬਾਬਾ ਜੀ ਦੀਆਂ ਇਹਨਾਂ ਗੱਲਾਂ ਨੂੰ ਮੰਨੋ, ਗੱਲਾਂ ਤੇ ਗੁਰੂ ਸਾਹਿਬ ਦੀਆਂ ਹੀ ਆ,
ਇਹਨਾਂ ਗੱਲਾਂ ਨੂੰ ਮੰਨੋ, ਤੁਹਾਡਾ ਜੀਵਨ ਸਵਰਗ ਬਣ ਜਾਏਗਾ। ਤੁਸੀਂ ਸੁਖੀ ਹੋ ਜਾਓਗੇ। ਤੇ ਧੀਰਜ ਰੱਖਣਾ, ਹੌਸਲਾ ਰੱਖਣਾ, ਕਾਲੇ ਨਹੀਂ ਪੈਣਾ। ਧਰਮ ਪਰਾਇਣ ਸਾਚ ਸੋ ਬੀਰਜ। ਤੇ ਫਿਰ ਆਸਰਾ ਧਰਮ ਦਾ ਹੀ ਰੱਖਣਾ, ਸੁਚਤਾ ਰੱਖਣੀ ਹੈ। ਇਹ ਨਹੀਂ ਵੀ ਨਾਮ ਜਪਣਾ ਛੱਡ ਦੇਣਾ। ਆਸਰਾ ਫਿਰ ਬਾਣੀ ਦਾ ਰੱਖਣਾ, ਨਾਮ ਦਾ ਰੱਖਣਾ, ਸਿਮਰਨ ਦਾ ਰੱਖਣਾ, ਤੇ ਕੋਸ਼ਿਸ਼ ਕਰਨੀ ਹੈ ਸੱਚ ਬੋਲਣਾ। ਸਾਚ ਸੋ ਬੀਰਜ, ਸੱਚ ਸਭ ਤੋਂ ਵੱਡਾ ਬਲਵਾਨ ਹੈ। ਹਾਂਜੀ, ਗੁਰ ਸਿੱਖੀ ਨਿਰਮਲ ਸੰਤੋਸ਼। ਇਸ ਤਰੀਕੇ ਨਾਲ ਬਾਬਾ ਬਿਧੀ ਚੰਦ ਜੀ ਕਹਿੰਦੇ ਗੁਰਸਿੱਖੀ ਦੀ ਕਮਾਈ ਕਰਨੀ ਹੈ। ਆਖੋ ਸ੍ਰੀ ਵਾਹਿਗੁਰੂ। ਵੇਖੋ, ਜੇ ਗੁਰਸਿੱਖ ਬਣਨਾ ਚਾਹੁੰਦੇ ਅਰਦਾਸ ਕਰਿਆ ਕਰੋ। ਸੱਚੇ ਪਾਤਸ਼ਾਹ ਜਦੋਂ ਅਰਦਾਸ ਕਰਨੀ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਜਾਣਾ ਤੇ ਮਹਾਰਾਜ ਨੂੰ ਖੰਡਾਂ ਵਰਪੰਡਾਂ ਦਾ ਮਾਲਕ ਜਾਣਨਾ ਹੈ। ਵੀ ਮੈਂ ਖੰਡਾਂ ਵਰਪੰਡਾਂ ਦੇ ਮਾਲਕ ਸਤਿਗੁਰੂ ਜੀ ਦੇ ਸਾਹਮਣੇ ਖਲੋਤਾ। ਤੇ ਫਿਰ ਅਰਦਾਸ ਕਰਨੀ, ਮਹਾਰਾਜ ਸਾਨੂੰ ਆਪਣੀ ਸਿੱਖੀ ਬਖਸ਼ੋ। ਫਿਰ ਕਹਿਣਾ, ਮਹਾਰਾਜ ਸਾਨੂੰ ਗੁਰ ਸਿੱਖੀ ਬਖਸ਼ੋ, ਸਾਨੂੰ ਅੰਤਰ ਸੁਰਤ ਗਿਆਨ ਬਖਸ਼ੋ। ਇਹੋ ਜਿਹੀਆਂ ਅਰਦਾਸਾਂ ਕਰਿਆ ਕਰੋ। ਬਾਬਾ ਬਿਧੀ ਚੰਦ ਜੀ ਕਹਿੰਦੇ ਗੁਰ ਸਿੱਖੀ ਨਿਰਮਲ ਸੰਤੋਸ਼। ਗੁਰ ਸਿੱਖੀ ਨਿਰਮਲਤਾਈ ਦਾ ਨਾਮ ਹੈ, ਜਿਹਦੇ ਚ ਮੈਲ ਨਾ ਹੋਵੇ। ਸੰਤੋਖ ਦਾ ਨਾਮ ਹੈ, ਲਾਲਚ ਨਾ ਹੋਵੇ। ਸਦਾ ਗੁਰੂ ਕੇ ਰਹੇ ਭਰੋਸ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਪਿਆਰਿਓ, ਭਰੋਸਾ ਸਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰੱਖਣਾ ਹੈ। ਪਿਆਰ ਨਾਲ ਸਾਰੀ ਸੰਗਤ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹੁਣ ਬਾਬਾ ਬਿਧੀ ਚੰਦ ਜੀ ਵਿੱਚ ਆਪ ਵਿੱਚ ਵੀ ਬੜਾ ਭਰੋਸਾ ਨਾ ਜੀ। ਬਾਬਾ ਜੀ ਦੀ ਕਥਾ ਆਉਂਦੀ, ਮਹਾਰਾਜ ਜਦੋਂ ਭਾਈ ਕੀ ਡਰੌਲੀ ਸਨ ਤੇ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਚ ਆਈਆਂ। ਸੱਚੇ ਪਾਤਸ਼ਾਹ ਦੁਸ਼ਾਲੇ ਲੈ ਕੇ ਆਏ ਤੇ ਪੱਟੀ ਦੇ ਹਾਕਮਾਂ ਨੇ ਖੋਲੇ ਆ। ਤੇ ਬਾਬਾ ਬਿਧੀ ਚੰਦ ਜੀ ਨਾ ਬੁਰਕਾ ਪਾ ਕੇ ਗਏ, ਬੀਬੀ ਦਾ ਰੂਪ ਬਣਾ ਕੇ ਗਏ ਬੇਗਮਾਂ ਦੇ ਵਿੱਚ। ਉਹਨਾਂ ਦੇ ਵਿੱਚ ਰਹਿ ਕੇ ਨਾ ਜੀ, ਤੇ ਵਿਸ਼ਵਾਸ ਪਾ ਲਿਆ, ਪਤਾ ਲਵਾ ਲਿਆ ਵੀ ਦੁਸ਼ਾਲੇ ਕਿੱਥੇ ਨੇ। ਤੇ ਜਦੋਂ ਦੁਸ਼ਾਲੇ ਚੁੱਕ ਕੇ ਤੁਰੇ ਨਾ ਜੀ, ਤੇ ਬੀਬੀਆਂ ਨੇ ਰੌਲਾ ਪਾਤਾ, ਬੇਗਮਾਂ ਨੇ ਵੀ ਹਾਏ ਲੈ ਗਿਆ, ਹਾਏ ਲੈ ਗਿਆ। ਤੇ ਪੱਟੀ ਦੇ ਨਵਾਬ ਨੇ ਬਾਬਾ ਬਿਧੀ ਚੰਦ ਜੀ ਦੇ ਪਿੱਛੇ ਫੌਜਾਂ ਚਾੜਤੀਆਂ। ਤੇ ਪੱਟੀ ਪਿੰਡ ਦੇ ਬਾਰ-ਬਾਰ ਪੱਠਾ ਤਪੰਦਿਆ ਸੀ। ਆਖੋ ਵਾਹਿਗੁਰੂ। ਪੱਠੀ ਤਪੰਦੀ ਸੀ, ਵਾਹਿਗੁਰੂ ਤਪੰਦਾ ਹੀ ਸੀਗੀ। ਤੇ ਕਹਿਣ ਲੱਗੇ, ਪੱਠੀ ਵਾਲੇ ਨੂੰ ਪੁੱਛਿਆ ਵੀ ਕੋਈ ਲੁਕਣ ਲਈ ਥਾਂ ਹੈਗੀ ਹੈ? ਉਹ ਕਹਿੰਦਾ ਵੀ ਮੇਰੇ ਕੋ ਕਿਹੜੀ ਲੁਕਣ ਵਾਲੀ ਥਾਂ, ਤਪਦੀ ਭੱਠੀ ਹੈ, ਇਹੋ ਹੀ ਲੁਕਣ ਵਾਲੀ ਥਾਂ ਹੈ। ਤੂੰ ਕੌਣ ਹੈ? ਤੇ ਝੂਠ ਨਹੀਂ ਬੋਲਿਆ। ਕਹਿੰਦੇ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ, ਦੁਸ਼ਾਲੇ ਗੁਰੂ ਸਾਹਿਬ ਕੋ ਲੈ ਕੇ ਜਾਣੇ, ਮੈਨੂੰ ਲੁਕਣ ਨੂੰ ਥਾਂ ਦੇ, ਮੇਰੇ ਪਿੱਛੇ ਫੌਜ ਹੈ। ਛੇਤੀ ਛੇਤੀ ਕਿਹਾ। ਉਹਨੇ ਕਿਹਾ ਤੂੰ ਗੁਰੂ ਦਾ ਸਿੱਖ ਹੈ ਤੇ ਮੇਰੇ ਕੋਲ ਤੇ ਭੱਠੀ ਹੈਗੀ, ਤੇ ਬਹਿ ਜਾ ਫਿਰ ਇਹਦੇ ਵਿੱਚ। ਸੰਗਤ ਦੀ ਗੱਲਾਂ ਕਰ ਲੈਣੀਆਂ ਬੜੀਆਂ ਹੀ ਸੌਖੀਆਂ ਨੇ, ਬੜੀਆਂ ਹੀ ਸੌਖੀਆਂ ਨੇ। ਸਿੱਖੀ ਦਾ ਸਿਦਕ ਕਮਾਉਣਾ ਬੜੀ ਵੱਡੀ ਗੱਲ ਹੈ। ਲਿਆ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ, ਤਪਦੀ ਸੜਦੀ ਭੱਠੀ ਦੇ ਵਿੱਚ ਬਾਬਾ ਜੀ, ਬਾਬਾ ਬਿਧੀ ਚੰਦ ਜੀ ਬਹਿ ਗਏ। ਉਹਨੂੰ ਭੱਠ ਸਾਹਿਬ ਕਹਿੰਦੇ ਆ, ਭੱਠ ਕਹਿ ਲੋ ਵੀ ਭੱਠੇ 'ਚ ਬਹਿ ਗਏ ਬਾਬਾ ਜੀ। ਗੁਰੂ ਹਰਗੋਬਿੰਦ ਸਾਹਿਬ ਨਾ ਭਾਈ ਕੀ ਡਰੌਲੀ ਸਨ ਉਦੋਂ, ਬਾਬੇ ਸਾਈਂ ਦਾਸ ਦੇ ਘਰ। ਤੇ ਜਦੋਂ ਅਸੀਂ ਪਿੱਛੇ ਜੇ ਦਰਸ਼ਨ ਕਰਨ ਗਏ ਤਾਂ ਦਰਸ਼ਨ ਕੀਤੇ ਸੀ, ਉੱਥੇ ਖੂਹ ਹੈ ਬਾਬਾ ਜੀ ਦੇ ਘਰ, ਬਾਬੇ ਸਾਈਂ ਦਾਸ ਜੀ ਦੇ। ਮਹਾਰਾਜ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ, ਖੂਹ ਚੋਂ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ, ਗਾਗਰਾਂ ਭਰ ਭਰ ਕੇ ਸਾਡੇ ਸਰੀਰ ਤੇ ਪਾਈ ਚੱਲੋ। ਉਸੇ ਤਰ੍ਹਾਂ ਦਸਤਾਰੇ ਦੇ ਉੱਤੋਂ ਹੀ ਮਹਾਰਾਜ ਬਾਲਟੀਆਂ ਪਵਾਉਣ।
ਗਾਗਰਾਂ ਪਵਾਉਣ। ਤੇ ਸੜਦੀ ਹੋਈ ਭੱਠੀ 'ਚ ਬਾਬਾ ਜੀ ਬੈਠੇ ਆ। ਸਿਪਾਹੀ ਆਏ ਵੀ ਇੱਥੇ ਕੋਈ ਆਇਆ ਤਾਂ ਨਹੀਂ। ਉਹਨੇ ਭੱਠੇ ਵਾਲੇ ਨੇ ਝੂਠ ਬੋਲਿਆ ਵੀ ਨਹੀਂ ਆਇਆ, ਵੀ ਆ ਵੇਖ ਲਓ ਮੇਰੇ ਕੋਲ ਤੇ ਭੱਠਾ ਹੀ ਆ, ਲੱਭ ਲਓ ਜਿੱਥੇ ਲੱਭਦਾ। ਹੁਣ ਉਹਨਾਂ ਨੂੰ ਇਹ ਥੋੜੀ ਸੀਗਾ ਵੀ ਸਿੱਖ ਗੁਰੂ ਦੇ ਭਰੋਸੇ ਭੱਠੇ 'ਚ ਵੀ ਬਹਿ ਸਕਦਾ। ਤੇ ਪਿਆਰਿਓ, ਗੁਰੂ ਸਾਹਿਬ ਤੇ ਭਰੋਸੇ ਦੀ ਗੱਲ ਹੈ। ਭੱਠ ਤੇ ਤਪਦਾ ਹੀ ਰਿਹਾ, ਪਰ ਧੰਨ ਬਾਬਾ ਬਿਧੀ ਚੰਦ ਜੀ ਦਾ ਇੱਕ ਰੋਮ ਵੀ ਨਹੀਂ ਸੜਿਆ, ਇੱਕ ਰੋਮ ਨਹੀਂ ਸੜਿਆ। ਵੈਸੇ ਮਹਾਰਾਜ ਬਾਣੀ 'ਚ ਲਿਖਦੇ ਆ, ਭਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ। ਕੁਝ ਇਤਿਹਾਸਕਾਰ ਇਹ ਵੀ ਦੱਸਦੇ, ਅਸੀਂ ਜਦੋਂ ਭੱਠ ਸਾਹਿਬ ਦਰਸ਼ਨ ਕਰਨ ਗਏ ਤਾਂ ਮਹਾਂਪੁਰਖਾਂ ਦੇ ਸਿੰਘ ਨੇ ਸਾਨੂੰ ਦਰਸ਼ਨ ਕਰਾਏ, ਤੇ ਉਹਨੇ ਇਹ ਵੀ ਸਾਨੂੰ ਗੱਲ ਦੱਸੀ ਕਿ ਬਾਬਾ ਜੀ ਨਾ ਕੁਝ ਸੋਨਾ ਲੈ ਆਏ ਸੀਗੇ ਬੇਗਮਾਂ ਦਾ। ਤੇ ਜਦੋਂ ਅੱਗ ਦੇ ਵਿੱਚ ਬੈਠੇ ਨਾ ਜੀ, ਤੇ ਉਹ ਸੋਨਾ ਪਿਘਲ ਗਿਆ, ਕਿਉਂਕਿ ਮਹਾਰਾਜ ਨੇ ਸੋਨੇ ਦਾ ਹੁਕਮ ਨਹੀਂ ਕੀਤਾ। ਸੋਨਾ ਪਿਘਲ ਗਿਆ, ਤੇ ਨਾ ਬਾਬਾ ਜੀ ਦੇ ਸਰੀਰ ਨੂੰ ਹੀ ਕੁਝ ਹੋਇਆ, ਤੇ ਨਾ ਦੁਸ਼ਾਲਿਆਂ ਨੂੰ ਹੀ ਕੁਝ ਹੋਇਆ ਜੀ। ਉਹ ਚਲੇ ਗਏ, ਤੇ ਬਾਬਾ ਜੀ ਅੰਦਰ ਸ਼ਬਦ ਪੜਨ, ਤਾਤੀ ਵਾਓ ਨ ਲੱਗਈ ਪਾਰ ਬ੍ਰਹਮ ਸਰਣਾਈ, ਚਾਉ ਗਿਰਦ ਹਮਾਰੇ RAM ਕਾਰ ਦੁਖ ਲੱਗੈ ਨ ਪਾਈ। ਇਹ ਸ਼ਬਦ ਪੜਨ। ਤੇ ਫਿਰ ਕੁਝ ਸਮੇਂ ਬਾਅਦ ਜਦੋਂ ਬਾਬਾ ਜੀ ਐ 9/9 ਉਹਦੇ ਚੋਂ ਬਾਹਰ ਨਿਕਲੇ ਨਾ, ਤਾਂ ਉਹ ਭਾਊ ਹੈਰਾਨ ਹੋਵੇ ਵੀ ਤੇਰੇ ਉੱਤੇ ਅਸਰ ਹੀ ਨਹੀਂ ਕਿਸੇ ਗੱਲ ਦਾ ਹੋਇਆ, ਤੇਰੇ ਉੱਤੇ ਅੱਗ ਦਾ ਅਸਰ ਹੀ ਨਹੀਂ ਹੋਇਆ। ਇਹਨੂੰ ਕਹਿੰਦੇ ਜੇ ਭਰੋਸਾ। ਤਉ ਮੈਂ ਆਇਆ ਸਰਣੀ ਆਇਆ, ਭਰੋਸੇ ਆਇਆ ਕਿਰਪਾ ਆਇਆ। RAM ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਗੱਲ ਹੀ ਭਰੋਸੇ ਦੀ ਹੈ, ਗੱਲ ਹੀ ਭਰੋਸੇ ਦੀ ਹੈ। ਭਰੋਸੇ ਵਾਲਿਆਂ ਦੀਆਂ ਬੇੜੀਆਂ ਪਾਰ ਹੁੰਦੀਆਂ ਨੇ। ਸੋ ਬਾਬਾ ਜੀ ਨੇ ਉਪਦੇਸ਼ ਦਿੱਤਾ, ਸਦਾ ਗੁਰੂ ਕੇ ਰਹੇ ਭਰੋਸਾ। ਭਾਈ ਸਦਾ ਗੁਰੂ ਹਰਗੋਬਿੰਦ ਸਾਹਿਬ ਦੇ ਭਰੋਸੇ ਰਵੇ ਗੁਰੂ ਦਾ ਸਿੱਖ, ਮਹਾਰਾਜ ਦੇ ਭਰੋਸੇ ਉੱਤੇ ਰਵੇ, ਮਹਾਰਾਜ ਉੱਤੇ ਭਰੋਸਾ ਰੱਖੇ। ਹਾਂਜੀ, ਇਤਿਆਦਿਕ ਗੁਣ ਸਕਲ ਬਤਾਏ। ਇਸ ਤਰੀਕੇ ਨਾਲ ਸਿੱਖਾਂ ਦੇ ਗੁਣ ਦੱਸੇ ਵੀ ਸਿੱਖ ਕਿਹੋ ਜਿਹਾ ਹੁੰਦਾ, ਤੇ ਸਤਿਗੁਰੂ ਦੇ ਗੁਣ ਤਾਂ ਕਹਿਣ 'ਚ ਨਹੀਂ ਨਾ ਆ ਸਕਦੇ। ਹਾਂਜੀ, ਮਨ ਵਿਕਾਰ ਦੁਬਿਦਾਤ ਹਟਾਏ। ਉਸ ਦੇਸ਼ ਦੀਆਂ ਸੰਗਤਾਂ ਨੇ ਬਾਬਾ ਜੀ ਕੋਲੋਂ ਉਪਦੇਸ਼ ਸੁਣ ਕੇ ਮਨ ਦੀਆਂ ਸਭ ਦੁਬਿਧਾਵਾਂ ਦੂਰ ਕਰ ਦਿੱਤੀਆਂ, ਵਿਕਾਰ ਦੂਰ ਹੋ ਗਏ। ਗੁਰਮਤ ਸਿੱਖਨ ਮਹਿ ਉਪਜਾਈ। ਸਿੱਖਾਂ ਵਿੱਚ ਗੁਰਮਤ ਪੈਦਾ ਹੋ ਗਈ। ਕੁਦਰਤੀ ਆ, ਜਦੋਂ ਨਾਮ ਜਪਣ ਲੱਗ ਪਵੇ ਤੇ ਬੰਦੇ 'ਚ ਗੁਰਮਤ ਆਪੇ ਹੀ ਪੈਦਾ ਹੋ ਜਾਂਦੀ ਜੀ। ਨਾਮ ਦੀ ਬੜੀ ਵੱਡੀ ਵਿਸ਼ੇਸ਼ਤਾ ਹੀ ਹੈ ਨਾ। ਹਾਂਜੀ, ਦੁਰਮਤ ਮਤਸਰ ਆਦ ਮਿਟਾਈ। ਦੁਰਮਤ, ਹੰਕਾਰ, ਇਹ ਸਭ ਕੁਝ ਫਿਰ ਉਹਨਾਂ ਦੇ ਅੰਦਰੋਂ ਦੂਰ ਹੋਇਆ ਜੀ। ਅਸੀਂ ਵੇਖੀਦਾ ਇਸ ਸਮੇਂ ਸਾਧ ਸੰਗਤ ਹੰਕਾਰ ਇੰਨਾ ਜ਼ਿਆਦਾ ਜ਼ੋਰਾਂ ਉੱਤੇ ਹੈ, ਨਿੱਕੇ ਨਿੱਕੇ ਬੱਚੇ ਨਹੀਂ ਮਾਣ। ਵੱਡਿਆਂ ਨੂੰ ਕੀ ਕਵਾਂਗੇ ਵੀ ਹਉਮੈ ਨਾ ਕਰੋ, ਉਹ ਵੱਡਿਆਂ ਦੀ ਗੱਲ ਛੱਡੋ, ਨਿੱਕੇ ਨਿੱਕੇ ਬੱਚੇ ਨਹੀਂ ਮਾਣ। ਹਉਮੈ ਰੋਗ ਸਭ ਜਗਤ ਵਿਆਪਿਆ। ਸਾਰਿਆਂ ਨੇ ਫਿਰ ਦੁਬਦਾ ਛੱਡੀ, ਹੰਕਾਰ ਛੱਡਿਆ। ਕਰ ਕਰ ਬਿਨੈ ਮਾਸ ਇਕ ਰਾਖਾ। ਬਾਬਾ ਜੀ ਕਹਿਣ ਵੀ ਹੁਣ ਮੈਨੂੰ ਆਗਿਆ ਦਿਓ, ਮੈਂ ਸਤਿਗੁਰੂ ਜੀ ਦੇ ਚਰਨਾਂ 'ਚ ਜਾਣਾ। ਉਹ ਬੇਨਤੀ ਕਰਕੇ ਫਿਰ ਕਹਿੰਦੇ ਰੁਕ ਜਾਓ, ਥੋੜੇ ਦਿਨ ਹੋਰ ਰੁਕ ਜਾਓ। ਇਸ ਤਰ੍ਹਾਂ ਕਰਦਿਆਂ ਕਰਦਿਆਂ 1 ਮਹੀਨਾ ਬਾਬਾ ਬਿਧੀ ਚੰਦ ਜੀ ਉੱਥੇ ਰਹੇ ਜੀ। 1 ਮਹੀਨਾ ਜੀ।
ਹਾਂਜੀ। ਅਸਨ ਅਚਾਏ ਮ੍ਰਿਦਲ ਬਹੁ ਭਾਖਾ। ਤੇ ਬੜੇ ਬੜੇ ਪਿਆਰ ਵਾਲੇ ਬਚਨ ਬੋਲਦੇ, ਬੜੀ ਨਿਮਰਤਾ ਵਾਲੇ ਬੋਲ ਬੋਲਦੇ, ਤੇ ਫਿਰ ਪ੍ਰਸ਼ਾਦ ਪਾਣੀ ਛਕਾਉਂਦੇ। ਗਮਨ ਹੇਤ ਬਹੁ ਬਾਰ ਉਚਰਿਓ। ਤੇ ਫਿਰ ਜਦੋਂ ਬਾਬਾ ਜੀ ਨੇ ਬੜੀ ਵਾਰੀ ਕਿਹਾ ਨਾ ਵੀ ਹੁਣ ਮੈਨੂੰ ਜਾਣ ਦਿਓ ਭਾਈ, ਹੁਣ ਮੇਰੇ ਗੁਰੂ ਸਾਹਿਬ ਮੈਨੂੰ ਉਡੀਕਣ ਦਏ ਆ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸਿੱਖ ਤੇ ਇਹੋ ਜਿਹਾ ਹੋਵੇ ਵੀ ਉਹ ਜਾਵੇ ਤੇ ਸੰਗਤ ਕਵੇ ਨਾ ਜਾ, ਉਹ ਜਾਵੇ ਤੇ ਸੰਗਤ ਕਵੇ ਨਾ ਜਾ, ਸਾਡੇ ਕੋਲ ਰਹਿ। ਸਾਰੀ ਸੰਗਤ ਬਾਬਾ ਜੀ ਨੂੰ ਇਸ ਤਰ੍ਹਾਂ ਕਵੇ। ਬਾਬਾ ਜੀ ਨੇ ਬਾਰ-ਬਾਰ ਕਿਹਾ ਵੀ ਹੁਣ ਮੈਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾਣ ਦਿਓ। ਸੰਗਤ ਤਬ ਹੈ ਵਿਸਰਜਨ ਕਰਿਓ। ਫਿਰ ਜਾ ਕੇ ਸੰਗਤ ਨੇ ਬਾਬਾ ਜੀ ਨੂੰ ਵਿਦਾ ਕੀਤਾ। ਹਾਂਜੀ। ਅਰਪੇ ਹਾਏ ਜਿਨ ਕੀਮਤ ਭਾਰੇ। ਬੜੇ ਬੜੇ ਕੀਮਤੀ ਘੋੜੇ ਬਾਬਾ ਜੀ ਨੂੰ ਭੇਟ ਕੀਤੇ। ਸੰਗ ਦਾਸ ਦੀਨਸ ਰਖਵਾਰੇ। ਤੇ ਫਿਰ ਨਾਲ ਸਿੱਖ ਵੀ ਦਿੱਤੇ ਜੀ, ਵੀ ਉਹਨਾਂ ਨੇ ਘੋੜੇ ਹੁਣ ਬਾਬਾ ਜੀ ਇਕੱਲੇ ਤੇ ਲੈ ਕੇ ਨਹੀਂ ਆ ਸਕਦੇ ਸੀ, ਕਾਫੀ ਘੋੜੇ ਸਨ, ਗਹਿਣੇ ਸਨ, ਬਸਤਰ ਸਨ। ਹਾਂਜੀ। ਬਹੁ ਸਮਾਜ ਲੈ ਚੜਿਓ ਜਹਾਜੂ। ਸਾਰਾ ਸਾਜੋ ਸਮਾਨ ਲੈ ਕੇ, ਕੁਝ ਸਿੱਖਾਂ ਨੂੰ ਲੈ ਕੇ ਫਿਰ ਬਾਬਾ ਜੀ ਜਹਾਜ਼ ਤੇ ਚੜੇ। ਆਇਓ ਉੱਤਰ ਕਰੇ ਗੁਰ ਕਾਜੂ। ਤੇ ਜਹਾਜ਼ ਤੋਂ ਉਤਰ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ। ਕੀਰਤਪੁਰ ਮੈਂ ਆਨ ਪਰਵੇਸ਼ਾ। ਅਗਰ ਉਪਾਇਨ ਕੀਨ ਅਸ਼ੇਸ਼ਾ। ਕੀਰਤਪੁਰ ਸਾਹਿਬ ਵਿੱਚ ਆ ਗਏ। ਇੰਨਾ ਸੋਨਾ ਚਾਂਦੀ ਗਹਿਣਾ ਬਸਤਰ ਕੱਪੜੇ ਘੋੜੇ ਲੈ ਕੇ ਆਏ, ਪਰ ਇੱਕ ਵੀ ਚੀਜ਼ ਬਾਬਾ ਬਿਧੀ ਚੰਦ ਜੀ ਨੇ ਆਪਣੇ ਕੋਲ ਨਹੀਂ ਰੱਖੀ ਸੀ। ਇਹਨੂੰ ਕਹਿੰਦੇ ਸੰਤੋਖ। ਇੱਕ ਵੀ ਵਸਤੂ ਬਾਬਾ ਜੀ ਨੇ ਆਪਣੇ ਕੋਲ ਨਹੀਂ ਰੱਖੀ। ਜੋ ਲਿਆਂਦਾ ਸੀ ਸਭ ਕੁਝ ਗੁਰੂ ਜੀ ਦੇ ਚਰਨਾਂ 'ਚ ਭੇਟਾ ਕਰ ਦਿੱਤਾ ਕਿ ਮਹਾਰਾਜ ਆਪ ਜੀ ਦਾ ਹੀ ਹੈ ਸਾਰਾ ਕੁਝ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਪ੍ਰੇਮ ਨਾਲ ਪੰਕਤੀ ਪੜੋ, ਫਿਰ ਖਿਮਾ ਮੰਗੀਏ। ਗੁਰਮੁਖ ਪੰਥ ਸੁਹਾਵੜਾ, ਗੁਰਮੁਖ ਪੰਥ ਸੁਹਾਵੜਾ। ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ। ਗੁਰਮੁਖ ਪੰਥ ਸੁਹਾਵੜਾ, ਗੁਰਮੁਖ ਪੰਥ ਸੁਹਾਵੜਾ। ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ। ਗੱਜ ਕੇ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਮਹਾਰਾਜ ਆਪ ਦੀ ਸਿੱਖੀ ਬਖਸ਼ਿਸ਼ ਕਰਨ। ਗੁਰਸਿੱਖੀ ਦੀਆਂ ਰਹੁ ਰੀਤਾਂ ਆਪ ਜੀ ਨੇ ਸੁਣੀਆਂ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਆਪਣੇ ਗੁਰੂ ਦੀ ਮਹਿਮਾ ਕਰਨੀ, ਫਿਰ ਦਇਆ, ਖਿਮਾ, ਸੁਚਤਾ ਰੱਖਣੀ, ਪਵਿੱਤਰਤਾ ਰੱਖਣੀ, ਧੀਰਜ ਰੱਖਣਾ, ਸੰਤੋਖ ਰੱਖਣਾ, ਅੰਦਰ ਦਇਆ ਰੱਖਣੀ, ਸਿਮਰਨ ਕਰਨਾ। ਇਹ ਗੁਰਸਿੱਖੀ ਦੀਆਂ ਰਹੁ ਰੀਤਾਂ ਹਨ। ਆਪਣੇ ਸਤਿਗੁਰੂ ਜੀ ਦੇ ਉੱਤੇ ਭਰੋਸਾ ਰੱਖਣਾ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਸ਼ੁਭ ਵਿਚਾਰ ਸਾਡੇ ਜੀਵਨ ਦਾ ਅੰਗ ਬਣੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। 5 ਵਾਰ ਗੁਰਮੰਤਰ ਦਾ ਜਾਪ ਕਰੋ, ਫਿਰ ਖਿਮਾ ਮੰਗੀਏ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ